ਜਦੋਂ ਵੀ ਇਹ ਦਿਨ ਆਉਂਦੇ ਨੇ ਜਾਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਦਰਬਾਰ ਸਾਹਿਬ ਦੀਆਂ ਤਸਵੀਰਾਂ, ਤਹਿਸ ਨਹਿਸ ਹੋਈ ਗੁਰਦੁਆਰਾ ਸਾਹਿਬ ਦੀ ਇਮਾਰਤ, ਅਕਾਲ ਤਖਤ ਸਾਹਿਬ ਦੀ ਇਮਾਰਤ, ਸਿੱਖ ਰੈਫਰੈਂਸ ਲਾਇਬ੍ਰੇਰੀ, ਉਹ ਚਿੱਤਰ ਨੇ ਉਹ ਹਰ ਪੰਜਾਬੀ ਦੀ ਅੱਖਾਂ ਦੇ ਅੱਗੇ ਘੁੰਮਣ ਲੱਗ ਪੈਂਦੇ ਨੇ। 1984 ਵਿੱਚ ਜਦੋਂ ਇਹ ਬਲੂ ਸਟਾਰ ਹੋਇਆ, ਸਾਕਾ ਨੀਲਾ ਤਾਰਾ ਹੋਇਆ, ਤਾਂ ਇਹ ਲਾਇਬ੍ਰੇਰੀ ਵੀ ਲਾਪਤਾ ਹੋ ਗਈ। 34 ਸਾਲ ਸਥਾਪਿਤ ਰਹੀ ਲਾਇਬ੍ਰੇਰੀ ਨੂੰ ਲਾਪਤਾ ਹੋਇਆ 38 ਸਾਲ ਹੋ ਗਏ ਨੇ, ਕਰੀਬ 4 ਦਹਾਕੇ ਦਾ ਸਮਾਂ ਹੋਣ ਵਾਲਾ। ਤੁਹਾਨੂੰ ਕਿਹੜੀ ਚਿੰਗ ਲੱਗੀ ਕਿ ਆਪਾਂ ਪਤਾ ਕਰੀਏ ਸਿੱਖ ਰੈਫਰੈਂਸ ਲਾਇਬ੍ਰੇਰੀ ਗਈ ਕਿੱਥੇ? ਤੇ ਮਹਾਰਾਜਾ ਰਣਜੀਤ ਸਿੰਘ ਦੀ ਵੀ ਇਹ ਕੋਸ਼ਿਸ਼ ਸੀਗੀ ਵੀ ਜਦੋਂ ਅਫਗਾਨਿਸਤਾਨ ਵੱਲ ਜਾਂ ਕਿਤੇ ਫੌਜਾਂ ਜਾਂਦੀਆਂ ਸਿੱਖ ਫੌਜਾਂ, ਤਾਂ ਉਹਨਾਂ ਦਾ ਮਤਲਬ ਹਦਾਇਤ ਹੁੰਦੀ ਸੀਗੀ ਵੀ ਉੱਥੇ ਭਾਈ ਕੋਈ ਲਾਇਬ੍ਰੇਰੀ ਨੂੰ ਨੁਕਸਾਨ ਨਾ ਪਹੁੰਚੇ। ਇੱਕ ਅਨਪੜ੍ਹ ਰਾਜੇ ਦੀ ਹਦਾਇਤ ਹੁੰਦੀ ਸੀ, ਅਨਪੜ੍ਹ ਰਾਜੇ ਸੀ ਉਹ ਸਾਡਾ ਸ਼ਬਦ ਗੁਰੂ ਆ, ਸ਼ਬਦ ਨੂੰ ਅਸੀਂ ਪਿਆਰ ਕਰਨ ਵਾਲੇ, ਸ਼ਬਦ ਦੀ ਇਬਾਦਤ 'ਚ ਵਿਚਰਨ ਵਾਲੇ ਲੋਕ ਆ। ਜਦੋਂ ਆਪਰੇਸ਼ਨ ਬਲੂ ਸਟਾਰ ਮੌਕੇ ਜਾਂ ਘੱਲੂ ਘਾਰੇ ਮੌਕੇ ਜੋ ਮਤਲਬ ਇੱਥੇ ਹਮਲਾ ਹੋਇਆ ਸ੍ਰੀ ਦਰਬਾਰ ਸਾਹਿਬ ਤੇ, ਉਸ ਵਕਤ ਫੌਜ ਨੇ ਲਾਇਬ੍ਰੇਰੀ ਸਾੜ ਦਿੱਤੀ। ਸਿੱਖਾਂ ਨੇ ਵੀ ਪ੍ਰਵਾਨ ਕਰ ਲਿਆ, ਬੜਾ ਦੁੱਖ ਮਨਾਇਆ। ਤੇ ਉਹ ਜਿਹੜੀਆਂ ਸੜੀ ਹੋਈ ਲਾਇਬ੍ਰੇਰੀ ਦੀਆਂ ਅਲਮਾਰੀਆਂ ਜਿਹੜੀਆਂ ਮਿਲਟ ਹੋਈਆਂ ਵੀਆਂ, ਪੱਖੇ ਮਿਲਟ ਹੋਏ ਵੇ, ਜਾਂ ਬਾਹਰੋਂ ਜਿੱਥੋਂ ਆਪਾਂ ਗੇਟ ਤੋਂ ਇੰਟਰ ਕਰਦੇ ਉੱਪਰ ਨੂੰ ਸਿੱਖ ਅਜਾਇਬ ਘਰ ਵੱਲ ਨੂੰ, ਉਹ ਲੂਹੀਆਂ ਹੋਈਆਂ, ਉਹਦਾ ਬੋਰਡ ਵੀ ਨਜ਼ਰ ਪੈਂਦਾ ਸੀਗਾ ਵੀ ਉਹਨੂੰ ਜਿਹੜੇ ਉੱਥੇ ਹੋਰ ਕੋਈ ਰੱਦੀ ਅਖਬਾਰਾਂ ਸੀ ਜਾਂ ਰੱਦੀ ਸਮਾਨ ਸੀਗਾ, ਉਹਨਾਂ ਨੂੰ ਅੱਗ ਲਾਤੀ ਬਾਅਦ 'ਚ। ਇਹ ਬਣਾਤਾ ਵੀ ਇੱਥੇ ਖੜਕੂ ਛੁਪੇ ਹੋਏ ਸੀ, ਵੀ ਇਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇੱਥੇ ਅੱਗ ਲਾਤੀ। ਉਹ ਪਰ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਆਪਣਾ ਵਾਈਟ ਪੇਪਰ ਜਾਰੀ ਨਹੀਂ ਕੀਤਾ ਉਸ ਮਾਮਲੇ ਤੇ, ਉੱਠਦਾ ਵੀ ਰਿਹਾ ਸਿੱਖ ਪੰਥ ਦੇ ਵੱਲੋਂ। ਇਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ, ਅੱਜ ਵੀ ਬਣਦੀ ਹੈ। ਨੁਕਸਾਨ ਕੀ ਹੋਇਆ? ਤਾਂ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਇਸ ਮਸਲੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੇ ਹੱਥ ਸਤਾ ਆਵੇ, ਸਾਡੇ ਹੱਥ ਕਬਜ਼ਾ ਹੋ ਜਾਵੇ। ਛੱਡੋ ਜੀ ਪੁਰਾਣਾ ਗੱਲਾਂ ਕਿਉਂ ਛੇੜਦੀਆਂ। 97 ਵਿੱਚ ਬਾਦਲ ਸਾਹਿਬ ਰਾਜਸੀ ਸੱਤਾ 'ਚ ਆ ਗਏ ਅਤੇ ਉਦੋਂ ਬਾਅਦ ਉਹਨੂੰ ਲੋੜ ਇਹ ਬਣ ਗਈ ਵੀ ਜੋ ਹੁਣ ਪਹਿਲਾਂ ਨੇ ਜਦੋਂ ਸੱਤਾ 'ਚ ਆਏ ਨੇ, ਸੱਤਾ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਿਤੇ, ਖਾਸ ਕਰਕੇ ਸਿੱਖਾਂ ਨਾਲ, ਵੀ ਅਸੀਂ ਇੱਕ ਟਰੁੱਥ ਕਮਿਸ਼ਨ ਕਾਇਮ ਕਰਾਂਗੇ, ਵੀ ਉਹਦੇ ਵਿੱਚ ਕਹਾਂਗੇ ਵੀ ਮਤਲਬ ਜਿਹੜਾ ਖਾੜਕੂ ਦਾ ਨੁਕਸਾਨ ਹੋਇਆ, ਝੂਠੇ ਪੁਲਿਸ ਮੁਕਾਬਲੇ ਬਣਾਏ ਆ, ਉਹ ਸਾਰਾ ਸੱਚ ਸਾਹਮਣੇ ਲਿਆਵਾਂਗੇ। ਇੱਥੇ ਕਿਸੇ ਨੇ ਵਿਧਾਨ ਸਭਾ ਦੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣ ਗਈ, ਕਾਮਰੇਡ ਸੀ ਹਰਦੇਵ ਅਰਸ਼ੀ ਸੀਪੀਆਈ ਦਾ ਵਿਧਾਇਕ, ਉਹਨੇ ਸਵਾਲ ਵੀ ਉਠਾਇਆ ਤੁਸੀਂ ਟਰੁੱਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ, ਇਹ ਬਾਦਲ ਸਾਹਿਬ ਢਿੱਲੇ ਜਿਹੇ ਮੌਕਾ ਛੱਡੋ, ਜੇ ਕਹਿੰਦੇ ਦੱਬੇ ਮੁਰਦੇ ਕਾਹਨੂੰ ਖੇਡਦੇ ਆ, ਵੀ ਬੈਗ ਜਿਵੇਂ ਆਪਾਂ ਆਮ ਸਮਾਨ ਦੇ ਸੁੱਟੇ ਹੁੰਦੇ ਉਹ ਵੀ ਨਹੀਂ ਛੱਡਦੇ, ਸੂਟਕੇਸ ਉਹਦਾ ਵੀ ਨਹੀਂ ਛੱਡਦੇ, ਕਹਿੰਦੇ ਸੁੱਟੇ ਪਏ ਤੇ ਬੈਗ ਪਾਟੇ ਹੋਏ ਸੀ, ਅਤੇ ਉਹਨਾਂ ਦੇ ਵਿੱਚੋਂ ਪੋਥੀਆਂ ਅਤੇ ਗੁਟਕੇ ਜਿਹੜੇ ਬਾਣੀ ਦੇ ਉਹ ਖੇਡੇ ਪਏ ਸੀ। ਹਾਂ, ਲੋਕਾਂ ਦੇ ਪੈਰਾਂ ਥੱਲੇ ਹੋਣੇ ਸੀ। ਕਹਿੰਦੇ ਇੱਕ ਗੁਰਸਿੱਖ ਹੋਣ ਦੇ ਨਾਤੇ ਮੇਰੀ ਧਾਰ ਨਿਕਲ ਗਈ ਵੀ ਜਰਾ ਕੀ ਹੋ ਰਿਹਾ ਸਾਡੇ ਨਾਲ। ਕੈਨੇਡਾ 'ਚ ਬੀੜ ਹੈਗੀ ਪੁਰਾਤਨ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਮਹਾਰਾਜ। ਮੈਂ ਜੋ ਪਿਛਲੇ ਸਾਲ 'ਚ ਵੀ ਗੱਲ ਕੀਤੀ ਆ, ਉੱਥੇ ਸਾਜੀ ਦੇ ਵਿੱਚ ਸੱਜਣ ਬੈਠੇ ਨੇ ਗੜ੍ਹ ਸ਼ੰਕਰ ਵੱਲ ਦੇ, ਉਹਨੇ ਉੱਥੇ ਪੁਰਾਤਨ ਬੀੜ ਦੇ ਕੇ ਮੰਨਿਆ ਜਾਂਦਾ ਸੀ ਦਮਦਮੀ ਬੀੜ ਆ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਆਪਣੇ ਦਸਤਖਤ ਨੇ ਜਿਹੜੀ ਕਿ ਭਾਈ ਮਨੀ ਸਿੰਘ ਵੱਲੋਂ ਲਿਖੀ ਗਈ ਆ, ਉਹਦੇ ਉਹਨੇ ਦਰਸ਼ਨ ਕਰਾਉਣ ਦੇ ਬਹਾਨੇ ਸੰਗਤਾਂ ਤੋਂ ਡਾਲਰ ਵੀ ਬਟੋਰੇ ਨੇ। ਜਦੋਂ 328 ਸਰੂਪ ਹੁਣ ਲਾਪਤਾ ਹੋਏ ਆ ਹਰਪ੍ਰੀਤ ਸਿੰਘ ਦੇ ਮੌਕੇ, ਉਹਦੇ ਵਿੱਚ ਸਰੂਪ ਲਾਪਤਾ ਹੋਣ ਮੌਕੇ ਜ਼ਿੰਮੇਵਾਰੀ ਬਣਦੀ ਸੀ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ, ਉਹ ਸਮੇਤ ਪਰਿਵਾਰ ਕੈਨੇਡਾ ਚਲਿਆ ਗਿਆ, ਗੱਲ ਹੀ ਖਤਮ ਹੋ ਗਈ। ਬਾਕੀ ਲੀਡਰ, ਹੋਰ ਪਾਰਟੀਆਂ ਦੇ ਲੀਡਰ ਜਿਹੜੇ ਭਾਵੇਂ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਦੀ ਗੱਲ ਕਰੀਏ, ਹੋਰ ਦੀ ਗੱਲ ਕਰੀਏ, ਇਹ ਵੀ ਚੁੱਪ ਰਹੇ। ਇਹਨਾਂ ਦਾ ਮਸਲਾ ਨਹੀਂ ਜੇ, ਉਹ ਤਾਂ ਹੁਣ ਜਦੋਂ ਮਸਲਾ ਤਾਂ ਕੌਮ ਦਾ ਹੈ, ਪੰਥ ਦਾ ਹੈ, ਪੰਜਾਬ ਦਾ ਮਸਲਾ ਹੈ। ਸ਼੍ਰੋਮਣੀ ਕਮੇਟੀ ਜਾਣੇ ਜਾਂ ਬਾਦਲ ਜਾਣੇ ਜਿਹੜੇ ਪੰਥ ਦਾ ਦਾਅਵਾ ਕਰਦੇ ਆ। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇ ਕੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਸਾਕਾ ਨੀਲਾ ਤਾਰਾ ਵਾਲੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ। ਸੋ ਜਦੋਂ ਵੀ ਇਹ ਦਿਨ ਆਉਂਦੇ ਨੇ ਜਾਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਦਰਬਾਰ ਸਾਹਿਬ ਦੀਆਂ ਤਸਵੀਰਾਂ, ਤਹਿਸ ਨਹਿਸ ਹੋਈ ਗੁਰਦੁਆਰਾ ਸਾਹਿਬ ਦੀ ਇਮਾਰਤ, ਅਕਾਲ ਤਖਤ ਸਾਹਿਬ ਦੀ ਇਮਾਰਤ, ਸਿੱਖ ਰੈਫਰੈਂਸ ਲਾਇਬ੍ਰੇਰੀ, ਉਹ ਚਿੱਤਰ ਨੇ ਉਹ ਹਰ ਪੰਜਾਬੀ ਦੀ ਅੱਖਾਂ ਦੇ ਅੱਗੇ ਘੁੰਮਣ ਲੱਗ ਪੈਂਦੇ ਨੇ। ਹੁਣ ਵੀ ਉਹੀ ਦਿਹਾੜੇ ਚੱਲ ਰਹੇ ਨੇ, ਦਿਨ ਚੱਲ ਰਹੇ ਨੇ। ਸੋ ਅੱਜ ਆਪਾਂ ਗੱਲ ਕਰਾਂਗੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ। ਅਜਿਹੀ ਇੱਕ ਲਾਇਬ੍ਰੇਰੀ ਜਿਸ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੁਰਾਤਨ ਬੀੜਾਂ, ਦੁਰਲਭ ਬੀੜਾਂ ਪਈਆਂ ਹੋਈਆਂ ਸਨ, ਵਿਰਾਜਮਾਨ ਸਨ। 1950 'ਚ ਇਹ ਲਾਇਬ੍ਰੇਰੀ ਬਣੀ ਸੀ ਅਤੇ 1984 ਵਿੱਚ ਜਦੋਂ ਇਹ ਬਲੂ ਸਟਾਰ ਹੋਇਆ, ਸਾਕਾ ਨੀਲਾ ਤਾਰਾ ਹੋਇਆ, ਤਾਂ ਇਹ ਲਾਇਬ੍ਰੇਰੀ ਵੀ ਲਾਪਤਾ ਹੋ ਗਈ। 34 ਸਾਲ ਸਥਾਪਿਤ ਰਹੀ ਲਾਇਬ੍ਰੇਰੀ ਨੂੰ ਲਾਪਤਾ ਹੋਇਆ 38 ਸਾਲ ਹੋ ਗਏ ਨੇ,
ਕਰੀਬ 4 ਦਹਾਕੇ ਦਾ ਸਮਾਂ ਹੋਣ ਵਾਲਾ ਹੈ। ਸੋ ਸਵਾਲ ਅੱਜ ਵੀ ਖੜੇ ਹੁੰਦੇ ਨੇ ਕਿ ਲਾਇਬ੍ਰੇਰੀ ਕਿੱਥੇ ਗਈ, ਉਸ 'ਚ ਬਿਰਾਜਮਾਨ ਸਜੀਆਂ ਹੋਈਆਂ ਪੁਰਾਤਨ ਬੀੜ ਸਾਹਿਬ ਕਿੱਥੇ ਗਈਆਂ, ਉਹ ਸਿੱਖ ਪੰਥ ਨਾਲ ਰਿਲੇਟਡ ਸਾਹਿਤ ਕਿੱਥੇ ਗਿਆ। ਮਾਮਲਾ CBI ਤੱਕ, ਹਾਈ ਕੋਰਟ ਤੱਕ ਗਿਆ, ਸੁਪਰੀਮ ਕੋਰਟ ਤੱਕ ਜਾਣ ਦੀਆਂ ਚਰਚਾਵਾਂ ਚੱਲੀਆਂ। ਸਵਾਲ ਅੱਜ ਵੀ ਬਰਕਰਾਰ ਨੇ। ਸੋ ਇਸ ਵਿਸ਼ੇ 'ਤੇ ਅਸੀਂ ਤੁਹਾਨੂੰ ਜਿਹੜੇ ਸ਼ਖਸ ਨਾਲ ਮਿਲਾ ਰਹੇ ਹਾਂ, ਉਹ ਕੋਈ ਕਦੇ SGPC ਦੇ ਮੁਲਾਜ਼ਮ ਨਹੀਂ ਰਹੇ, ਕਦੇ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਨਹੀਂ ਰਿਹਾ, ਹੁਣ ਵੀ ਨਹੀਂ ਹੈਗਾ ਉਹਨਾਂ ਦਾ। ਇੱਕ ਆਮ ਸਧਾਰਨ ਜ਼ਿਮੀਂਦਾਰ ਬੰਦਾ, ਜੱਟ ਬੰਦਾ, ਖੇਤੀ ਬੰਦਾ ਕਰਨ ਵਾਲਾ ਬੰਦਾ ਸੀਗਾ। ਪਤਾ ਨਹੀਂ ਉਹਨਾਂ ਨੂੰ ਕਿਵੇਂ ਚਿਣਕ ਲੱਗੀ ਤੇ ਉਹਨਾਂ ਨੇ ਇਸ ਵਿਸ਼ੇ 'ਤੇ ਕੰਮ ਕਰਨਾ ਸ਼ੁਰੂ ਕਰਤੇ। ਮੈਂ ਗੱਲ ਕਰ ਰਿਹਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਭਾਈਕਾ ਵਾਸੀ ਰਾਜਵਿੰਦਰ ਸਿੰਘ ਰਾਹੀ ਦੀ। ਉਹ ਹਲੇ ਤੱਕ ਇਸ ਮਸਲੇ 'ਤੇ ਅੜੇ ਹੋਏ ਨੇ ਕਿ ਉਹ ਲਾਇਬ੍ਰੇਰੀ ਗਈ ਕਿੱਥੇ, ਸਮਾਨ ਵਾਪਸ ਕਿਉਂ ਨਹੀਂ ਆਇਆ। ਸੋ ਕੁਝ ਅਜਿਹੇ ਸਵਾਲ ਜਵਾਬ ਰਾਹੀ ਸਾਹਿਬ ਨਾਲ ਹੀ। ਸੋ ਰਾਹੀ ਸਾਹਿਬ, ਪਹਿਲਾ ਸਵਾਲ ਸਭ ਤੋਂ ਤੁਹਾਨੂੰ ਇਹੀ ਕਰਨਾ ਚਾਹਾਂਗੇ ਬਈ ਤੁਹਾਡਾ ਰੁਝਾਨ, ਤੁਹਾਡੀ ਰੁਚੀ ਕਿੱਥੋਂ ਬਣ ਗਈ? ਤੁਸੀਂ ਵੀ ਆਪਣਾ ਪਰਿਵਾਰ ਖੇਤੀ ਕਰਕੇ ਪਾਲ ਰਹੇ ਹੋ, ਤੁਹਾਨੂੰ ਕਿਹੜੀ ਚਿਣਗ ਲੱਗੀ ਕਿ ਆਪਾਂ ਪਤਾ ਕਰੀਏ ਸਿੱਖ ਰੈਫਰੈਂਸ ਲਾਇਬ੍ਰੇਰੀ ਗਈ ਕਿੱਥੇ? ਮੇਰੇ ਵੱਲੋਂ ਜੀ ਸਕਰੋਲ ਦੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜੀ, ਮੈਨੂੰ ਲਿਖਣ ਪੜ੍ਹਨ ਦਾ ਸ਼ੌਕ ਆ ਕਾਫੀ, ਮਤਲਬ ਲੰਬੇ ਸਮੇਂ ਤੋਂ। ਮੇਰਾ ਇਹ ਵਿਸ਼ਾ ਸਾਹਿਤ ਵੀ ਆ ਅਤੇ ਇਤਿਹਾਸ ਵੀ ਮੇਰਾ ਵਿਸ਼ਾ ਗਾ। ਮੈਂ ਗਦਰੀ ਬਾਬਿਆਂ ਦੇ ਕੰਮ ਵੀ ਕੀਤਾ, ਕਾਮਾ ਗਾਟਾ ਮਾਰੂ 'ਤੇ ਵੀ ਕੰਮ ਕੀਤਾ, ਹੋਰ ਪੰਥਕ ਮਸਲਿਆਂ 'ਤੇ ਵੀ ਕੰਮ ਕੀਤਾ। ਸੋ ਕਈ ਸਾਲਾਂ ਤੋਂ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ, ਮੈਂ ਕਹਾਂਗਾ ਵੀ ਇਕੱਲੇ ਸਿੱਖਾਂ ਦੀ ਨਹੀਂ, ਇਹ ਸਾਰੇ ਮਨੁੱਖਤਾ ਦੀ ਧਰੋਹਰ ਆ। ਜਿਹੜਾ ਗਿਆਨ ਦਾ ਖਜ਼ਾਨਾ ਗਾ, ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਖਜ਼ਾਨਾ ਗਾ, ਇਹ ਸਾਰੇ ਮਨੁੱਖਤਾ ਦੀ ਧਰੋਹਰ ਹੀ ਹੁੰਦੇ। ਜਿੱਥੇ ਕਿਤੇ ਵੀ ਕੋਈ ਲਾਇਬ੍ਰੇਰੀ ਹੈਗੀ ਆ, ਕੋਈ ਪੁਸਤਕਾਲਾ ਹੈਗਾ। ਮਹਾਰਾਜਾ ਰਣਜੀਤ ਸਿੰਘ ਮੌਕੇ ਵੀ ਵੱਡੇ ਪੁਸਤਕਾਲੇ ਸੀ ਸਿੱਖਾਂ ਕੋਲੇ, ਜਿਹੜੇ ਇੱਥੋਂ ਅੰਗਰੇਜ਼ ਚੱਕ ਕੇ ਲੈ ਗਏ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਵੀ ਇਹ ਕੋਸ਼ਿਸ਼ ਸੀਗੀ ਵੀ ਜਦੋਂ ਅਫਗਾਨਿਸਤਾਨ ਵੱਲ ਜਾਂ ਕਿਤੇ ਫੌਜਾਂ ਜਾਂਦੀਆਂ ਸਿੱਖ ਫੌਜਾਂ, ਤਾਂ ਉਹਨਾਂ ਦਾ ਮਤਲਬ ਹਦਾਇਤ ਹੁੰਦੀ ਸੀਗੀ ਵੀ ਉੱਥੇ ਭਾਈ ਕੋਈ ਲਾਇਬ੍ਰੇਰੀ ਨੂੰ ਨੁਕਸਾਨ ਨਾ ਪਹੁੰਚੇ। ਇੱਕ ਅਨਪੜ੍ਹ ਰਾਜੇ ਦੀ ਹਦਾਇਤ ਹੁੰਦੀ ਸੀ, ਅਨਪੜ੍ਹ ਰਾਜੇ ਸੀ ਉਹ। ਕਿਉਂਕਿ ਸਾਡਾ ਸ਼ਬਦ ਗੁਰੂ ਆ, ਸ਼ਬਦ ਨੂੰ ਅਸੀਂ ਪਿਆਰ ਕਰਨ ਵਾਲੇ, ਸ਼ਬਦ ਦੀ ਇਬਾਦਤ 'ਚ ਵਿਚਰਨ ਵਾਲੇ ਲੋਕ ਆ। ਸੋ ਮੇਰੇ ਮਨ 'ਚ ਵੀ ਐਸੇ ਵੀ ਯਾਰ ਬੜਾ ਵਿਵਾਦ ਆ, ਬਾਰ-ਬਾਰ ਅਖਬਾਰਾਂ 'ਚ ਆਉਂਦਾ, ਮੁੱਖ ਮੰਤਰੀਆਂ ਦੇ, ਪ੍ਰਧਾਨ ਮੰਤਰੀਆਂ ਦੇ ਜੋ ਸੱਤਾਧਾਰੀ ਆਉਂਦੇ ਆ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆ, ਚਾਹੇ ਹੋਰ ਸਰਕਾਰ ਆ ਪੰਜਾਬ ਦੇ ਵਿੱਚ, ਖਾਸ ਕਰਕੇ ਅਕਾਲੀਆਂ ਦੀ ਸਰਕਾਰ ਹੀ, ਵੀ ਇਹ ਮੁੱਦੇ ਪ੍ਰਧਾਨ ਮੰਤਰੀ ਤੱਕ, ਚਾਹੇ ਉਹ ਮਨਮੋਹਨ ਸਿੰਘ ਹੋਵੇ, ਚਾਹੇ ਇੰਦਰ ਕੁਮਾਰ ਗੁਜਰਾਲ ਹੋਵੇ, ਚਾਹੇ ਕੋਈ ਵੀ ਹੋਵੇ, ਚਾਹੇ ਗ੍ਰਹਿ ਮੰਤਰੀ ਫਰਨਾਂਡੇਜ਼ ਹੋਵੇ, ਉਹ ਸਾਰਿਆਂ ਕੋਲ ਮਸਲਾ ਬਾਰ-ਬਾਰ ਉੱਠਦਾ ਰਿਹਾ ਵੀ ਲਾਇਬ੍ਰੇਰੀ ਦਾ। ਆਮ ਤੌਰ 'ਤੇ ਜਿਹੜੀ ਗੱਲ ਮੇਨ 'ਚ ਚੱਲੀ ਸੀਗੀ ਇਹ ਸੀ ਵੀ ਜਦੋਂ ਆਪਰੇਸ਼ਨ ਬਲੂ ਸਟਾਰ ਮੌਕੇ ਜਾਂ ਘੱਲੂ ਘਾਰੇ ਮੌਕੇ ਜੋ ਮਤਲਬ ਇੱਥੇ ਹਮਲਾ ਹੋਇਆ ਸ੍ਰੀ ਦਰਬਾਰ ਸਾਹਿਬ 'ਤੇ, ਉਸ ਵਕਤ ਫੌਜ ਨੇ ਲਾਇਬ੍ਰੇਰੀ ਸਾੜ ਦਿੱਤੀ ਗਈ। ਸਿੱਖਾਂ ਨੇ ਵੀ ਪ੍ਰਵਾਨ ਕਰ ਲਿਆ, ਬੜਾ ਦੁੱਖ ਮਨਾਇਆ। ਅਤੇ ਉਹ ਜਿਹੜੀਆਂ ਸੜੀ ਹੋਈ ਲਾਇਬ੍ਰੇਰੀ ਦੀਆਂ ਅਲਮਾਰੀਆਂ ਜਿਹੜੀਆਂ ਮਿਲਟ ਹੋਈਆਂ ਵੀਆਂ, ਪੱਖੇ ਮਿਲਟ ਹੋਏ ਵੇ, ਜਾਂ ਬਾਹਰੋਂ ਜਿੱਥੋਂ ਆਪਾਂ ਗੇਟ ਤੋਂ ਇੰਟਰ ਕਰਦੇ ਉੱਪਰ ਨੂੰ ਸਿੱਖ ਅਜਾਇਬ ਘਰ ਵੱਲ ਨੂੰ, ਉਹ ਲੂਹੀਆਂ ਹੋਈਆਂ, ਉਹਦਾ ਬੋਰਡ ਵੀ ਨਜ਼ਰ ਪੈਂਦਾ ਸੀਗਾ। ਅਤੇ ਸਿੱਖਾਂ ਨੇ ਪ੍ਰਵਾਨ ਕਰ ਲਿਆ ਵੀ ਇਹ ਜੀ ਅੱਗ ਲੱਗ ਗਈ। ਪਰ ਫਿਰ ਵੀ ਉਹਦੇ ਵਿੱਚ ਗੱਲ ਇਸ ਤਰ੍ਹਾਂ ਸੀਗੀ ਵੀ ਯਾਰ ਉਹਦੀ ਸੁਆਹ, ਉਹਦੀ ਗਾਹਾਂ ਕਿੱਥੇ ਗਈ। ਉਦੋਂ ਇੰਚਾਰਜ ਦਵਿੰਦਰ ਸਿੰਘ ਸਰਦਾਰ ਦਵਿੰਦਰ ਸਿੰਘ ਦੁੱਗਲ ਸੀ, ਜਿਹਨੇ ਬੜੀ ਮਿਹਨਤ ਕੀਤੀ ਹੋਈ ਸੀ। ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਸਥਾਪਨਾ ਤਾਂ ਬਹੁਤ ਵੱਡੇ ਡਾਕਟਰ ਗੰਡਾ ਸਿੰਘ ਬਰਨ ਦਾ ਹੱਥ ਸੀਗਾ, ਜਿਹਨਾਂ ਨੇ ਕੋਸ਼ਿਸ਼ ਸੀਗੀ ਵੀ ਸਿੱਖਾਂ ਦਾ ਆਪਣਾ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੋਵੇ, ਜਿਹੜੀਆਂ ਦੁਰਲੱਭ ਵਸਤਾਂ, ਦੁਰਲੱਭ ਖਰੜੇ, ਦੁਰਲੱਭ ਲਿਖਤਾਂ, ਹੱਥ ਲਿਖਤ ਸਾਰਾ ਉਹ ਸਿੱਖਾਂ ਕੋਲੇ ਉਹਦਾ ਧਰੋਹਰ ਹੋਵੇ, ਵਰਤੂ ਸਾਰੀ ਮਨੁੱਖਤਾ ਹੀ। ਸੋ ਉਹ ਜਿਹੜਾ ਸੀਗਾ ਵੀ ਇਹ ਸਾੜ ਦਿੱਤੀ ਗਈ। ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹ ਲੱਗਿਆ ਵੀ ਨਹੀਂ ਯਾਰ ਫੌਜ ਚੱਕ ਕੇ ਲੈ ਗਈ। ਆਮ ਗੱਲ ਨਿਕਲਣੀ ਸ਼ੁਰੂ ਹੋਈ 84 ਤੋਂ ਬਾਅਦ। ਐਸਾ ਮਨ ਸਵਾਲ ਆ ਰਿਹਾ ਬਈ ਉਹ ਲਾਇਬ੍ਰੇਰੀ ਦੀ ਇਮਾਰਤ 'ਚ ਤਾਂ ਜਰਨੈਲ ਸਿੰਘ ਉਹਨਾਂ ਦੀ ਕੋਈ ਫੌਜ ਦਾ ਸਿਪਾਹੀ ਜਾਂ ਕੋਈ ਹੋਰ ਸਵੇਗ ਸਿੰਘ ਉਹਨਾਂ ਦਾ ਬੰਦਾ ਕੋਈ ਨਹੀਂ ਸੀਗਾ। ਨਹੀਂ, ਬਿਲਕੁਲ ਜੀ। ਤੇ ਫਿਰ ਉਹਨੂੰ ਸਾੜਨ ਦੀ ਵਜ੍ਹਾ ਵਜ੍ਹਾ ਇਹੀ ਆ ਵੀ ਇਹੀ ਤਾਂ ਸਵਾਲ ਸੀਗਾ, ਸਿੱਖ ਪੰਥ ਦੇ ਹੋਰ ਜਿਹੜੇ ਬੁੱਧੀ ਅੱਗ ਕਿਉਂ ਲਾਤੀ? ਕਿਉਂਕਿ ਆਮ ਤੌਰ 'ਤੇ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ, ਜਦੋਂ ਸੜ ਗਈ ਹੋਰ ਕਰ ਗਿਆ। ਅਤੇ ਪਰ ਗੱਲ ਨਿਕਲਣੀ ਸ਼ੁਰੂ ਹੋ ਗਈ ਵੀ ਨਹੀਂ, ਉਹ ਤਾਂ ਜਿਹੜੀ ਹੈਗੀ ਆ ਫੌਜ ਚੱਕ ਕੇ ਲੈ ਗਈ ਸਾਰੀ ਲਾਇਬ੍ਰੇਰੀ, ਵੀ ਫੌਜ ਦੇ ਕਬਜ਼ੇ 'ਚ। ਉਦੋਂ ਬਾਅਦ ਫੌਜ ਨੇ ਕੀ ਕੀਤਾ ਵੀ ਉਹਨੂੰ ਜਿਹੜੇ ਉੱਥੇ ਹੋਰ ਕੋਈ ਰੱਦੀ ਅਖਬਾਰਾਂ ਸੀ ਜਾਂ ਰੱਦੀ ਸਮਾਨ ਸੀਗਾ, ਉਹਨਾਂ ਨੂੰ ਅੱਗ ਲਾਤੀ ਬਾਅਦ 'ਚ। ਇਹ ਬਣਾਤਾ ਵੀ ਇੱਥੇ ਖੜਕੂ ਛੁਪੇ ਹੋਏ ਸੀ, ਵੀ ਇਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਜਿੱਥੇ ਅੱਗ ਲਾਤੀ। ਉਹ ਮੈਂ ਪਿਛਲੇ ਸਾਲ ਹੀ ਕਿਤਾਬ ਇੱਕ ਐਡਿਟ ਕੀਤੀ ਸੀ ਦੂਰਦਰਸ਼ਨ ਐਡੀਟਰ ਜਗਦੀਸ਼ ਚੰਦਰ ਜੀ ਦੀ, ਅੱਖੀਂ ਹੇਠਾਂ ਆਪਰੇਸ਼ਨ ਬਲੂ ਸਟਾਰ। ਉਹ ਕਿਤਾਬ ਦੇ ਵਿੱਚ ਵੀ ਉਹਨੇ ਕਿਹਾ ਵੀ ਜਦੋਂ ਸਾਨੂੰ 6 ਜੂਨ ਤੋਂ ਬਾਅਦ 7 ਜੂਨ ਨੂੰ ਦੂਰਦਰਸ਼ਨ ਦੀ ਟੀਮ ਉੱਥੇ ਬਿਠਾ ਕੇ ਰੱਖੀ ਹੋਈ ਸੀਗੀ ਵੀ ਆਪਰੇਸ਼ਨ ਖਤਮ ਹੋ ਗਿਆ, ਜਿਹਨੂੰ ਕਵਰ ਕਰੋ ਸਾਰੇ ਨੂੰ, ਤਾਂ ਉਹ ਕਹਿੰਦਾ ਸਾਨੂੰ ਉੱਧਰ ਜਾਣ ਨਹੀਂ ਦਿੱਤਾ ਗਿਆ। ਉੱਥੇ ਇੱਕ ਅਚਨਚੇਤ ਅੱਗ ਭੜਕ ਉੱਠੀ ਲਾਇਬ੍ਰੇਰੀ ਵਾਲੇ ਪਾਸੇ।
ਤੇ ਕਹਿੰਦਾ ਸਾਨੂੰ ਜਾਣ ਦਿੱਤਾ, ਕਹਿੰਦੇ ਜੋ ਉੱਧਰ ਪੈਟਰੋਲ ਪਏ ਸੀ ਉੱਧਰ ਅਜੇ ਵੀ ਖਾੜਕੂ ਛੁਪੇ ਹੋਏ ਨੇ, ਉੱਧਰ ਅਜੇ ਵੀ ਮਤਲਬ ਫਾਇਰਿੰਗ ਚੱਲ ਰਹੀ ਆ। ਪਰ ਬਾਅਦ ਚ ਪਤਾ ਲੱਗਾ ਵੀ ਉਦੋਂ ਉਹਨਾਂ ਨੇ ਉਹ ਲੈਬ ਜਿਹੜੋਂ ਰੱਦੀ ਕਾਗਜ਼ ਇਕੱਠੇ ਕਰਕੇ ਉਹਨੂੰ ਸਾੜਿਆ ਸੀਗਾ, ਪਰ ਉੱਥੋਂ ਸਾਰੇ ਲਾਇਬ੍ਰੇਰੀ ਉਹ ਸ਼ਿਫਟ ਕਰਕੇ ਸੀ ਲੈ ਗਏ ਸੀ ਚੱਕ ਕੇ। ਮਤਲਬ ਜਿਹੜੀ ਗੱਲ ਉਹ ਪਹਿਲਾਂ ਕਹਿ ਚੁੱਕੇ ਸੀ ਬਾਅਦ ਚ ਉਹਨੂੰ ਸਾਬਤ ਕਰਕੇ ਦਿਖਾ ਰਹੇ ਸੀਗੇ। ਹਾਂ ਦਿਖਾਤਾ, ਪਰ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਸੀਰੀਅਸਲੀ ਸਾਰੀ ਗੱਲ ਨੂੰ ਲਿਆ ਨਹੀਂ। ਸ਼੍ਰੋਮਣੀ ਕਮੇਟੀ ਤਾਂ ਹੁਣ ਇੰਨੀ ਨਾਨ ਸੀਰੀਅਸ ਸੀ ਵੀ ਉਹਨਾਂ ਨੇ, ਸਰਕਾਰ ਨੇ ਤਾਂ ਆਪਣਾ ਵਾਈਟ ਪੇਪਰ ਜੂਨ 84 ਦੇ ਵਿੱਚ ਅਟੈਕ ਕੀਤਾ, ਇਹ ਗਾਹਾਂ ਜਾ ਕੇ ਮਹੀਨੇ ਦੇ ਵਿੱਚ ਸਮਝ ਲਓ ਜੁਲਾਈ ਅਗਸਤ ਤੱਕ ਉਹਨਾਂ ਨੇ ਆਪਣਾ ਵਾਈਟ ਪੇਪਰ ਜਾਰੀ ਕਰਤਾ। ਉਹ ਪਰ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਆਪਣਾ ਵਾਈਟ ਪੇਪਰ ਜਾਰੀ ਨਹੀਂ ਕੀਤਾ। ਉਸ ਮਾਮਲੇ ਤੇ ਉੱਠਦਾ ਵੀ ਰਿਹਾ ਸਿੱਖ ਪੰਥ ਦੇ ਵੱਲੋਂ, ਇਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ, ਅੱਜ ਵੀ ਬਣਦੀ ਹੈ। ਸਾਡਾ ਨੁਕਸਾਨ ਕੀ ਹੋਇਆ? ਪਰ ਉਸ ਤੋਂ ਬਾਅਦ ਇੱਕ ਡਾਕਟਰ ਗੁਰਦਾਸ ਸਿੰਘ ਢਿੱਲੋਂ ਹੋਣਾ ਦੀ ਕਿਤਾਬ ਛਪੀ, ਇੰਡੀਆ ਕਮਿਟਡ ਸੁਸਾਈਡ। ਇਸ ਕਿਤਾਬ ਨੂੰ ਉਹਨੇ ਵਾਈਟ ਪੇਪਰ ਦਾ ਨਾਂ ਦੇ ਕੇ 1996 ਛਾਪਤਾ। ਠੀਕ ਹੈ। ਉਹ ਮੇਰੇ ਖਿਆਲ ਵੀ ਅੰਗਰੇਜ਼ੀ ਦੇ ਵਿੱਚ 500-400 ਕਾਪੀਆਂ ਹੋਣਗੀਆਂ ਉਹਦੀਆਂ, ਤੇ ਅਜੇ ਤੱਕ ਕਿਸੇ ਕੋਲੋਂ ਕਾਪੀ ਨਹੀਂ ਲੱਭਦੀ। ਉਹ ਜਰਕ ਚਾਹੀਦਾ ਤਾਂ ਸੀ ਵੀ ਲੱਖਾਂ ਦੀ ਗਿਣਤੀ ਜਿਹੜਾ ਵਾਈਟ ਪੇਪਰ ਆ ਸ਼੍ਰੋਮਣੀ ਕਮੇਟੀ ਜਾਰੀ ਕਰ ਰਹੀ ਹੈ, ਸਾਡਾ ਨੁਕਸਾਨ ਕੀ ਹੋਇਆ, ਕੀ ਹੋਇਆ, ਕਿੰਨੀ ਕੈਜੂਅਲਟੀ ਹੋਇਆ, ਕਿੰਨੇ ਉੱਥੇ ਨਿਰਦੋਸ਼ ਬੰਦੇ ਮਾਰੇ ਗਏ ਨੇ, ਕਿੰਨੇ ਖਾੜਕੂ ਸਿੰਘ ਸ਼ਹੀਦ ਹੋਏ ਨੇ, ਕੀ ਸਾਡਾ ਤੋਸਾਖਾਨੇ 'ਚ ਕੀ ਨੁਕਸਾਨ ਹੋਇਆ, ਲਾਇਬ੍ਰੇਰੀ ਕਿੱਥੇ ਗਈ, ਕਿਵੇਂ ਆ, ਉਹ ਸਾਰਾ ਸਿੱਖ ਉਹਨੂੰ ਪੰਜਾਬੀ ਸ਼ਬਦ ਅਸੀਂ ਸਾਰੇ ਗੁਰਮੁਖੀ ਪੜ੍ਹਨ ਵਾਲੇ ਆ, ਸਾਡਾ ਵੱਡੀ ਗਿਣਤੀ ਸਾਡੀ ਮਾਂ ਬੋਲੀ ਆ, ਸਾਨੂੰ ਪਤਾ ਲੱਗਦਾ ਵੀ ਕੀ ਆ। ਪਰ ਉਹਨਾਂ ਨੇ ਕੀ ਕੀਤਾ ਵੀ ਯਾਰ ਹੁਣ ਮੰਗ ਵੱਧ ਗਈ ਲੋਕਾਂ ਦੀ, ਜਦ ਪ੍ਰੈਸ਼ਰ ਪੈ ਗਿਆ ਵੀ ਉਹ ਵੀ ਅੰਗਰੇਜ਼ੀ ਛਾਪਤਾ, ਉਹ ਵੀ ਡਾਕਟਰ ਗੁਰਦਾਸ ਸਿੰਘ ਢਿੱਲੋਂ ਦੀ ਕਿਤਾਬ ਨੂੰ ਰੂਪ ਦਿੱਤਾ। ਯਾਰ ਲੋਕੀ ਜਵਾਬ ਮੰਗ ਰਹੇ ਜਦੋਂ ਜਵਾਬ ਮੰਗ ਰਹੇ 96 ਚੋਂ 500-400 ਕਾਪੀਆਂ ਛਾਪੀਆਂ, ਤੇ ਮੇਰਾ ਨਹੀਂ ਖਿਆਲ ਵੀ ਕਿਸੇ ਨੂੰ ਦੇਖਿਆ ਹੋਊਗਾ, ਕਿਉਂਕਿ ਹੁਣ ਮੈਂ ਤਾਂ ਖੋਜੀ ਵਰਤੀ ਰੱਖਦਾ, ਚਲੋ ਮੈਂ ਤਾਂ ਸੰਭਾਲ ਕੇ ਰੱਖਿਆ ਹੋਇਆ ਹੈਗਾ। ਉਹ 300-400 ਸਵੇ ਦਾ ਅੰਗਰੇਜ਼ੀ ਦਾ ਹੈਗਾ, ਉਹ ਡਾਕਟਰ ਗੁਰਦਾਸ ਸਿੰਘ ਢਿੱਲੋਂ ਦੀ ਟਫ ਅੰਗਰੇਜ਼ੀ ਆ, ਤਾਂ ਨਾ ਕਿਸੇ ਨੂੰ ਸਿਰ ਦੀ ਸਮਝ ਲੱਗ ਜੂ ਕੀ ਕਹਿੰਦਾ, ਸੈਂਟੈਂਸ ਬੜੇ ਉਹਨੇ ਲਿਖਿਆ। ਸੋ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਇਸ ਮਸਲੇ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡੇ ਹੱਥ ਸਤਾ ਆਵੇ, ਸਾਡੇ ਹੱਥ ਕਬਜ਼ਾ ਹੋ ਜਾਵੇ, ਛੱਡੋ ਜੀ ਪੁਰਾਣਾ ਗੱਲਾਂ ਕਿਉਂ ਛੇੜਨੀਆਂ। ਨਹੀਂ ਕਿਉਂ, ਕੀ ਇਹਦੇ 'ਚ ਤਾਂ ਕੋਈ ਸਿਆਸੀ ਮਜਬੂਰੀ ਤਾਂ ਨਹੀਂ ਕਹਿ ਸਕਦੇ ਕਿ ਸਿਆਸੀ ਮਜਬੂਰੀ ਤਾਂ ਇਹ ਸੀ ਨਾ ਵੀ ਹੁਣ ਜਦੋਂ ਸਤਾ ਨਾਲ ਦਾ 1996 ਤੋਂ ਬਾਅਦ 97 ਵਿੱਚ ਬਾਦਲ ਸਾਹਿਬ ਰਾਜਸੀ ਸੱਤਾ 'ਚ ਆ ਗਏ, ਤੇ ਉਦੋਂ ਬਾਅਦ ਉਹਨੂੰ ਲੋੜ ਇਹ ਬਣ ਗਈ ਵੀ ਜੋ ਹੁਣ ਪਹਿਲਾਂ ਨੇ ਜਦੋਂ ਸੱਤਾ 'ਚ ਆਏ ਨੇ, ਸੱਤਾ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਿਤੇ ਖਾਸ ਕਰਕੇ ਸਿੱਖਾਂ ਨਾਲ ਵੀ ਅਸੀਂ ਇੱਕ ਟਰੁੱਥ ਕਮਿਸ਼ਨ ਕਾਇਮ ਕਰਾਂਗੇ, ਵੀ ਉਹਦੇ ਵਿੱਚ ਕਹਾਂਗੇ ਵੀ ਮਤਲਬ ਜਿਹੜਾ ਖਾੜਕੂ ਦਾ ਨੁਕਸਾਨ ਹੋਇਆ, ਝੂਠੇ ਪੁਲਿਸ ਮੁਕਾਬਲੇ ਬਣਾਏ ਆ, ਉਹ ਸਾਰਾ ਸੱਚ ਸਾਹਮਣੇ ਲਿਆਵਾਂਗੇ। ਤੇ ਬਾਅਦ 'ਚ ਗੱਲ ਇੱਥੇ ਕਿਸੇ ਨੇ ਵਿਧਾਨ ਸਭਾ ਦੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣ ਗਈ, ਕਾਮਰੇਡ ਸੀ ਹਰਦੇਵ ਅਰਸੀ ਸੀਪੀਆਈ ਦਾ ਵਿਧਾਇਕ, ਉਹਨੇ ਸਵਾਲ ਵੀ ਉਠਾਇਆ ਤੁਸੀਂ ਟਰੁੱਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ, ਇਹ ਬਾਦਲ ਸਾਹਿਬ ਢਿੱਲੇ ਜਿਹੇ ਮੂੰਹ ਛੱਡੋ ਜੀ, ਕਹਿੰਦੇ ਦੱਬੇ ਮੁਰਦੇ ਕਾਹਨੂੰ ਖੇਡਨੇ ਆ। ਸੋ ਇਹ ਚਾਹੁੰਦੇ ਸੀ ਵੀ ਸਾਰੀ ਗੱਲ 'ਤੇ ਮਿੱਟੀ ਪੈ ਜੇ, ਲੋਕ ਦਰਬਾਰ ਸਾਹਿਬ 'ਤੇ ਹਮਲੇ ਨੂੰ ਭੁੱਲ ਜਾਣ, ਸਾਡੀ ਸੱਤਾ ਬਰਕਰਾਰ ਰਹੇ। ਤਾਂ ਲਾਇਬ੍ਰੇਰੀ ਬਾਰੇ ਕਿਸੇ ਨੇ ਗੱਲ ਹੀ ਨਾ ਕੀਤੀ। ਫਿਰ ਇਹ ਤਾਂ ਮਤਲਬ 2001 ਦੇ ਕਰੀਬ ਵੀ ਇਸ 'ਤੇ ਅਜੀਤ ਅਖਬਾਰ ਦੇ ਵਿੱਚ ਦੋ ਬੰਦੇ ਸੀਗੇ, DSP ਸ਼ਬਦਲ ਸਿੰਘ ਤੇ ਇੱਕ ਸੀ ਰਣਜੀਤ ਸਿੰਘ ਨੰਦਾ ਸੀਬੀਆਈ ਦੇ, ਉਹਨਾਂ ਦੀ ਇੰਟਰਵਿਊ ਛਪੀ। ਇੱਥੇ ਪੱਤਰਕਾਰ ਮੇਜਰ ਸਿੰਘ ਹੁੰਦੇ ਸੀਗੇ, ਤੇ ਇੱਥੇ ਅੰਮ੍ਰਿਤਸਰ ਤੋਂ ਪੱਤਰਕਾਰ ਆ ਜਗਤਾਰ ਸਿੰਘ ਲਾਂਬਾ, ਉਹ ਦੋਨੇ ਬੰਦੇ ਇੰਟਰਵਿਊ ਛਪੀ ਉਹਦੇ ਸੰਬੰਧ। ਉਹ ਚਸ਼ਮਦੀਦ ਦੇ ਗਵਾਹ ਸੀ। ਉਹ ਕਹਿੰਦੇ ਵੀ ਫੌਜ ਇੱਥੋਂ ਲੈ ਗਈ ਸੀ ਚੱਕ ਕੇ ਸਾਰੀ ਲਾਇਬ੍ਰੇਰੀ ਇਕੱਠੀ ਕਰਕੇ, ਤੇ ਉਦੋਂ ਬਾਅਦ ਫੌਜ ਨੇ ਸੀਬੀਆਈ ਦੇ ਹਵਾਲੇ ਕਰਤੀ ਸਾਰੇ ਜਾਂਚ ਕਰਨ ਦੀ ਖਾਤਰ। ਇਹ ਸੀਬੀਆਈ ਦਾ ਅਫਸਰ ਹੀ ਕਹਿ ਰਿਹਾ। ਹਾਂ ਸੀਬੀਆਈ ਦੇ ਅਫਸਰ ਹੀ ਵੀ ਇਹ ਸੀਬੀਆਈ ਦੇ ਹਵਾਲੇ ਕਰਤੀ ਵੀ ਤੁਸੀਂ ਇਹਦੀ ਜਾਂਚ ਕਰੋ ਵੀ ਇਹ 'ਚ ਕੋਈ ਭੜਕਾਊ ਮੈਟਰ ਜਾਂ ਕਿਵੇਂ ਵੀ ਹੈਗਾ। ਉਹ ਰਣਜੀਤ ਸਿੰਘ ਨੰਦਾ ਤੇ ਸ਼ਬਦਲ ਸਿੰਘ ਕਹਿੰਦੇ ਵੀ ਇੱਥੇ ਇੱਕ ਵਾਪਸ ਜਿਹੜੇ ਪਹਿਲਾਂ ਦਿੱਲੀ ਲੈ ਗਏ ਇਹ ਜਹਾਜ਼ 'ਚ ਲੱਦ ਕੇ, ਉਹ ਕਹਿੰਦੇ ਉਦੋਂ ਬਾਅਦ ਇਹ ਵੀ ਫਿਰ ਜਹਾਜ਼ 'ਤੇ ਵਾਪਸ ਲਿਆਂਦੇ, ਉਹਦੇ ਵਿੱਚੋਂ ਮਤਲਬ ਵੱਡੇ ਵੱਡੇ ਬੈਗ ਭਰੇ ਹੋਏ ਸੀਗੇ, ਛੋਟੇ ਬੈਗ ਵੀ ਸੀ, ਉਹਨੇ ਗਿਣਤੀ ਦਿੱਤੀ। ਮੈਂ ਆ ਪੈਂਫਲੇਟ ਵੀ ਲਿਖਿਆ ਫੜਿਆ, ਉਹ ਮੜਾ ਜਿਹਾ ਚੁੱਕੀ। ਹਾਂ ਇਹ ਮੇਰੀ ਕਿਤਾਬ ਛਪਣੀ ਆ, ਆ ਦੇਖੋ ਇਹ ਮੇਰਾ ਪੈਂਫਲੇਟ ਦੇ ਵਿੱਚ ਮੈਂ ਦਿੱਤੇ ਨੇ ਵੀ 199 ਵੱਡੇ ਬੈਗ ਤਿਆਰ ਹੋ ਰਿਹਾ। ਹਾਂ ਵੀ ਕਿੰਨੇ ਇਹ ਮਤਲਬ ਬੈਗ ਸੀ। ਉਹ ਕਹਿੰਦੇ ਵੀ ਇੱਥੇ ਜਦੋਂ ਅਸੀਂ ਸ਼ਬਦਲ ਸਿੰਘ ਕਹਿੰਦੇ ਵੀ ਜਦੋਂ ਮੈਂ ਰਾਜਾ ਸਾਂਸੀ ਏਅਰਪੋਰਟ 'ਤੇ ਗਿਆ ਵੀ ਬੈਗ ਜਿਵੇਂ ਆਪਾਂ ਆਮ ਸਮਾਨ ਦੇ ਸੁੱਟੇ ਹੁੰਦੇ ਉਹ ਵੀ ਨਹੀਂ ਸੁੱਟਦੇ, ਸੂਟਕੇਸ ਉਹਦਾ ਵੀ ਨਹੀਂ ਸੁੱਟਦੇ, ਕਹਿੰਦੇ ਸੁੱਟੇ ਪਏ ਤੇ ਬੈਗ ਪਾਟੇ ਹੋਏ ਸੀ, ਤੇ ਉਹਨਾਂ ਦੇ ਵਿੱਚੋਂ ਪੋਥੀਆਂ ਤੇ ਗੁਟਕੇ ਜਿਹੜੇ ਬਾਣੀ ਦੇ ਉਹ ਖੇਡੇ ਪਏ ਸੀ, ਹਾਂ ਲੋਕਾਂ ਦੇ ਪੈਰਾਂ ਥੱਲੇ ਹੁੰਦੇ ਸੀ। ਕਹਿੰਦੇ ਕਿ ਗੁਰਸਿੱਖ ਹੋਣ ਦੇ ਨਾਤੇ ਮੇਰੀ ਧਾਰ ਨਿਕਲ ਗਈ ਵੀ ਜਰਾ ਕੀ ਹੋ ਰਿਹਾ ਸਾਡੇ ਨਾਲ, ਵੀ ਕਿੱਥੋਂ ਆਇਆ। ਕਹਿੰਦੇ ਫਿਰ ਪਤਾ ਲੱਗਿਆ ਵੀ ਤਾਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਜਿਹੜੀ ਫੌਜ ਚੱਕ ਕੇ ਲੈ ਗਈ ਸੀ, ਨਸੀਬੇ ਦੇ ਹਵਾਲੇ ਕਰਤੀ। ਹਾਂ ਵੀ ਇਹ ਤਾਂ ਜਾ ਕੇ ਹੁਣ ਦੀ ਪੜਤਾਲ ਹੋਣੀ ਆ। ਉਹਨਾਂ ਨੇ ਫਿਰ ਮਤਲਬ ਦੱਸਿਆ ਵੀ ਇੱਥੇ ਕੋਈ ਸਕੂਲ ਦਾ ਨਾਮ ਮਿਲਿਆ, ਚ ਮੈਂ ਦੱਸ ਦਿੱਤਾ ਵੀ ਉਹ ਸਕੂਲ ਦੇ ਵਿੱਚ ਲਿਜਾ ਕੇ ਸਾਰਾ ਮਟੀਰੀਅਲ ਜੋ ਸੀਗਾ ਲਾਇਬ੍ਰੇਰੀ ਦਾ ਉਹ ਲਿਜਾ ਕੇ ਉਹਦੀ ਸਾਂਟੀ ਕੀਤੀ ਗਈ, ਉਹਦੀ ਲਿਸਟਾਂ ਬਣੀਆਂ। ਲਿਸਟਾਂ 'ਚ ਕੀ ਸੀ? ਲਿਸਟਾਂ ਬਣਾਈਆਂ ਗਈਆਂ ਵੀ ਇੰਨਾ ਕੋਈ ਆਹ ਚੀਜ਼ ਆ, ਇੰਨੀ ਕੋਈ ਆਹ ਚੀਜ਼ ਆ। ਫਿਰ ਸੀ ਵੀ ਉੱਥੋਂ ਫਿਰ ਦੁਬਾਰੇ ਲੈ ਗਏ
ਸਾਰਾ ਕੁਝ ਲਿਸਟਾਂ ਬਣਾ ਕੇ ਤਿਆਰ ਕਰਕੇ ਵੀ ਕੀ ਸਾਡੇ ਕੋਲ ਹੈਗਾ। ਰਣਜੀਤ ਸਿੰਘ ਨੰਦਾ ਦੀ ਡੈਥ ਹੋ ਚੁੱਕੀ ਹੈ, ਦੋਨਾਂ ਦੀ ਡੈਥ ਹੋ ਚੁੱਕੀ ਹੈ ਵਿਚਾਰਿਆਂ ਦੀ, ਉਹਨਾਂ ਨੇ ਸੱਚ ਸਾਹਮਣੇ ਲਿਆਂਦਾ। ਜਿੱਥੋਂ ਮੈਨੂੰ ਵੀ ਉਦੋਂ ਇਹ ਗੱਲ ਲੱਗੀ ਵੀ ਯਾਰ ਇਹ ਗੱਲ ਤੇ ਹੋਰ ਖੋਜ ਕਰਨੀ ਚਾਹੀਦੀ ਆ। ਇਹ ਬਾਰ-ਬਾਰ ਕੀ ਕਰ, ਜਦੋਂ ਇੱਥੇ ਗੱਲ ਆ ਗਈ ਵੀ ਲਾਇਬ੍ਰੇਰੀ ਸੀਬੀਆਈ ਕੋਲੇ ਆ, ਫਿਰ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪ੍ਰੋਫੈਸਰ ਮਨਜੀਤ ਸਿੰਘ ਕਲਕੱਤਾ ਨੇ ਸਕੱਤਰ ਹੁੰਦੇ ਸੀਗੇ, ਹਰਬੇਅੰਤ ਸਿੰਘ, ਸੁਰਜੀਤ ਸਿੰਘ ਵਗੈਰਾ, ਇਹਨਾਂ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ। ਉਸ ਸਮੇਂ ਜਿਹੜਾ ਪ੍ਰਧਾਨ ਮੰਤਰੀ ਸੀ ਇੰਦਰ ਕੁਮਾਰ ਗੁਜਰਾਲ ਨੂੰ, ਉਹਦਾ ਗ੍ਰਹਿ ਮੰਤਰੀ ਸੀ ਫਰਨਾਂਡੇਜ਼, ਜਾਰਜ ਫਰਨਾਂਡੇਜ਼, ਵੀ ਸਾਡੀ ਲਾਇਬ੍ਰੇਰੀ ਵਾਪਸ ਕੀਤੀ ਜਾਵੇ, ਸਾਨੂੰ ਇਹ ਕਾਰਵਾਈ ਕੀਤੀ ਜਾਵੇ। ਫਰਨਾਂਡੇਜ਼ ਨੇ ਮੰਨ ਲਿਆ ਵੀ ਲਾਇਬ੍ਰੇਰੀ ਸੀਬੀਆਈ ਕੋਲੇ ਹੈਗੀ ਆ, ਤੁਸੀਂ ਕਾਰਵਾਈ ਕਰੋ, ਅਸੀਂ ਤੁਹਾਨੂੰ ਦੱਸੋ ਕਿਹੜੀਆਂ ਤੁਹਾਡੀ ਲਿਸਟਾਂ ਕੀ ਆ, ਤੁਹਾਡਾ ਕੀ ਆ, ਅਸੀਂ ਤੁਹਾਨੂੰ ਵਾਪਸ ਕਰਦੇ ਹਾਂ। ਫਿਰ ਉਹ ਇੰਦਰ ਕੁਮਾਰ ਗੁਜਰਾਲ ਮੌਕੇ ਵੀ ਥੋੜ੍ਹੀ ਜਿਹੀ ਗੱਲ ਅੱਗੇ ਵਧੀ, ਪਰ ਸ਼੍ਰੋਮਣੀ ਕਮੇਟੀ ਨੇ ਸੀਰੀਅਸਲੀ ਇਹਨੂੰ ਗੱਲ ਨੂੰ ਵਧਾਇਆ ਨਹੀਂਗਾ, ਅੱਗੇ ਨਹੀਂ ਵਧਾਇਆ, ਅਤੇ ਹੋਰ ਚਿੱਠੀਆਂ ਵਗੈਰਾ ਲਿਖਦੇ ਰਹੇ। ਫਿਰ ਮਨਮੋਹਨ ਸਿੰਘ ਤਾਂ ਬਾਅਦ 'ਚ ਬਣਿਆ। ਫਿਰ ਇੱਥੇ ਇੱਕ ਭਾਈ ਸਤਨਾਮ ਸਿੰਘ ਖੰਡਾ ਨੇ, ਜਿਹੜੇ 5 ਪਿਆਰਿਆਂ 'ਚ ਰਹੇ ਨੇ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਤਾ ਸੀਬੀਆਈ ਦੇ ਖਿਲਾਫ, ਸਰਕਾਰ ਦੇ ਖਿਲਾਫ, ਅਤੇ ਉਹਨਾਂ ਦੇ ਵਿੱਚ ਇਹਨੂੰ ਵੀ ਬਣਾਇਆ ਧਿਰ ਵੀ ਇਹਨਾਂ ਦੇ ਖਿਲਾਫ ਵੀ ਇਹਨਾਂ ਨੇ ਸੀਰੀਅਸਲੀ ਲਿਆ ਨਹੀਂ ਸ਼੍ਰੋਮਣੀ ਕਮੇਟੀ ਨੂੰ, ਵੀ ਇਹ ਕਿੱਥੇ ਗਈ ਸਾਨੂੰ ਜਵਾਬ ਦੇਵੇ। ਹਾਈ ਕੋਰਟ ਪੰਜਾਬ ਦੇ ਵਿੱਚ ਆ ਗਿਆ। ਬਿਲਕੁਲ। ਅਤੇ ਇੱਥੇ ਕੀ ਹੋਇਆ ਵੀ ਸ਼੍ਰੋਮਣੀ ਕਮੇਟੀ ਨੇ ਫਿਰ ਉਸ ਤੋਂ ਬਾਅਦ ਆਪਣੀ ਇੱਕ ਅਰਜ਼ੀ ਦੇ ਕੇ ਆਪ ਪਾਰਟੀ ਬਣ ਗਈ ਵੀ ਅਸੀਂ ਕੇਅਰ ਟੇਕਰ ਹਾਂ, ਜਿੱਥੇ ਭਾਈ ਸਤਨਾਮ ਸਿੰਘ ਦੇ ਮੁਦਈ ਨੇ, ਅਸੀਂ ਵੀ ਮੁਦਈ ਹਾਂ। ਠੀਕ ਹੈ। ਕਿਉਂਕਿ ਸਾਨੂੰ ਵੀ ਇਹ ਲਾਇਬ੍ਰੇਰੀ ਮਿਲਣੀ ਚਾਹੀਦੀ ਹੈ ਵਾਪਸ। ਉਹ 3-4 ਸਾਲ ਕੇਸ ਚੱਲਿਆ 2004 ਤੱਕ। ਉਹ ਕੇਸ ਦੇ ਵਿੱਚੋਂ ਇਹਦੇ ਵਿੱਚ ਮੈਂ ਡਿਟੇਲ 'ਚ ਦਿੱਤਾ ਕਿਤਾਬ ਜਿਹਦੇ ਵਿੱਚ ਕਿਹੜੇ ਜੱਜ ਨੇ ਕਿਵੇਂ ਫੈਸਲਾ ਹੋਇਆ, ਬੜੀਆਂ ਗਵਾਹੀਆਂ ਹੋਈਆਂ, ਸੀਬੀਆਈ ਦੇ ਵਕੀਲ ਪੇਸ਼ ਹੋਏ, ਇੱਥੇ ਪੰਜਾਬ ਦੇ ਮਤਲਬ ਐਡਵੋਕੇਟ ਜਨਰਲ ਵੀ ਹੋਏ, ਅਸਿਸਟੈਂਟ ਐਡਵੋਕੇਟ ਜਨਰਲ ਤੁਲੀ ਵੀ ਪੇਸ਼ ਹੋਈ ਲੇਡੀ। ਉਹ ਸਾਰਿਆਂ ਨੇ ਇਹ ਗੱਲ ਕੀਤੀ ਵੀ ਸਾਡੇ ਕੋਲ ਇਸ ਤਰ੍ਹਾਂ ਸਾਰੀ ਜਿਹੜੀ ਲਾਇਬ੍ਰੇਰੀ ਆ, ਅਸੀਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਆਹ ਫਲਾਣੀਆਂ ਡੇਟਾਂ ਦਿੱਤੀਆਂ, ਅਸੀਂ ਤਾਂ ਲਾਇਬ੍ਰੇਰੀ ਦਾ ਜਿਹੜਾ ਸਮਾਨ ਸੀ ਇਹਨਾਂ ਨੂੰ ਵਾਪਸ ਲਾ ਚੁੱਕੇ ਹਾਂ, ਦੇ ਚੁੱਕੇ ਹਾਂ। ਜਵਾਬ ਦੇ ਵਿੱਚ ਅਸੀਂ ਵੀ ਇਹਨੇ ਕਹਿਤਾ, ਰਿਟਨ 'ਚ ਕਿਹਾ ਵੀ ਆਹ ਡੇਟਾਂ ਦਿੱਤੀਆਂ ਉਹਨੇ, ਆਹ ਤਰੀਕ ਨੂੰ ਇੰਨੀਆਂ ਸਮਾਨ, ਇੰਨੇ ਬਾਕਸ, ਇੰਨੇ ਝੋਲੇ, ਬੈਗ ਅਸੀਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵਾਪਸ ਕਰ ਚੁੱਕੇ ਹਾਂ। ਉਹਨਾਂ ਅਧਿਕਾਰੀਆਂ ਦੇ ਨਾਂ ਜਿਨ੍ਹਾਂ ਨੇ ਵਾਪਸ ਲਿਆ, ਉਹ ਕਿਹਨਾਂ ਦੇ ਨਾਮ ਸੀਗੇ? ਉਹ ਨਾਂ ਸੀਗੇ ਜਿਵੇਂ ਦਲਮੇਘ ਸਿੰਘ ਦਾ ਹੋ ਗਿਆ, ਹੋਰ ਸਕੱਤਰ ਕੁਲਵੰਤ ਸਿੰਘ ਦਾ ਹੋ ਗਿਆ ਨਾਂ, ਉਹਨਾਂ ਦੇ ਨਾਂ ਬਾਈ ਨੇ ਮੈਨੂੰ ਦੱਸਿਆ ਵੀ ਇਹਨਾਂ ਡੇਟਾ ਨੂੰ ਅਸੀਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਦਿੱਤੇ ਆ ਵਾਪਸ। ਫਿਰ ਉਹਨਾਂ ਨੇ ਆਪ ਕੀਤਾ ਵੀ ਕੁਛ ਅਸੀਂ ਜਦੋਂ ਜਿਹੜੇ ਜੋਧਪੁਰ ਦੇ ਕੈਦੀ ਸੀ, ਕੁਛ ਅਸੀਂ ਇਹਦੇ ਵਿੱਚੋਂ ਮੈਟਰ ਉੱਧਰ ਲਾਤਾ ਸੀਗਾ, ਚਲਾਣਾ ਨਾਲ ਲਾਤਾ, ਸ਼ਹਿਰੋਂ ਅਦਾਲਤਾਂ 'ਚ ਪਿਆ ਹੋਵੇ, ਅਤੇ ਕੁਛ ਅਸੀਂ ਕਹਿੰਦੇ ਭੜਕਾਊ ਸਮਝ ਕੇ ਸਾੜਤਾ। ਹੁਣ ਸਵਾਲ ਜਦੋਂ ਭੜਕਾਊ 'ਚ ਆ ਜਾਂਦਾ, ਉੱਥੇ ਸਵਾਲ ਹੁੰਦਾ ਵੀ ਜਿਹੜੇ ਮਤਲਬ ਸਾਡੇ ਕੋਲ ਹਜ਼ਾਰਾਂ ਹੱਥ ਲਿਖਤ ਪੋਥੀਆਂ ਸੀਗੀਆਂ, ਗੁਟਕੇ ਸੀਗੇ ਛਪੇ ਹੋਏ, ਉਹਨੂੰ ਭੜਕਾਊ ਸਮਝ ਕੇ ਤਾਂ ਆਪਾਂ ਨੂੰ ਵੀ ਪਤਾ ਵੀ ਇਹ ਤਾਂ ਗੁਰਬਾਣੀ ਦੇ, ਉਹਨੂੰ ਭੜਕਾਊ ਸਮਝ ਕੇ ਥੋੜ੍ਹਾ ਸਾੜ ਦੋਗੇ ਤੁਸੀਂ। ਉਹ ਤਾਂ ਕੋਈ ਮੈਗਜ਼ੀਨ ਹੋਣਗੇ, ਸੰਤ ਸਿਪਾਹੀ ਵਗੈਰਾ ਦੇ, ਖੰਡੇ ਧਾਰ ਵਗੈਰਾ ਦੇ ਮੈਗਜ਼ੀਨ ਹੋਣਗੇ, ਉਹਨੂੰ ਆਪਾਂ ਕਹਿੰਦੇ ਵੀ ਭੜਕਾਊ ਆ ਯਾਰ ਇਹ, ਜਿਹਨਾਂ 'ਚ ਕੋਈ ਖਾੜਕੂਆਂ ਸਟੋਰੀਆਂ ਹੋਣਗੀਆਂ। ਜਿਹੜਾ ਦੁਰਲਭ ਚੀਜ਼ ਹੈ, ਜਿਹੜੀ ਦੁਰਲਭ ਚੀਜ਼ ਤਾਂ ਹਰ ਇੱਕ ਨੂੰ ਪਤਾ। ਮੈਨੂੰ ਉੱਥੇ ਸ਼ੱਕ ਹੋ ਗਈ ਉਹਦਾ, ਜਦੋਂ ਮੈਂ ਕੇਸ ਦਾ ਰਿਕਾਰਡ ਕਢਾ ਕੇ ਦੇਖਿਆ ਵੀ ਇਹ ਜਿਹੜਾ ਭੜਕਾਊ ਕਰਕੇ ਛਾਪ ਰਿਹਾ, ਕੁਛ ਛੁਪਾ ਰਹੇ ਨੇ ਇਹ। ਭੜਕਾਊ ਦੀ ਰਿਪੋਰਟ ਨੇ, ਜੇ ਭੜਕਾਊ ਵੀ ਕਹਿਣਗੇ ਤਾਂ ਕਿਹੜਾ ਭੜਕਾਊ ਆ? ਕੋਈ ਮੈਗਜ਼ੀਨ ਹੋਣਗੇ, ਕੋਈ ਡਾਕੂਮੈਂਟ, ਕੋਈ ਚਿੱਠੀਆਂ ਹੋਣਗੀਆਂ, ਦੱਸਣਾ ਬਣਦਾ। ਉਹ ਸੀਬੀ ਨੇ ਕੁਛ ਨਹੀਂ ਦੱਸਿਆ। ਹਾਈ ਕੋਰਟ ਨੇ ਉਹਨਾਂ ਦਾ ਦਾਅਵਾ ਮੰਨ ਲਿਆ, ਕਹਿੰਦੇ ਸਾਡੇ ਕੋਲ 5 ਵਸਤਾਂ ਹੈਗੀਆਂ ਸਿਰਫ, ਅਜੇ ਬਾਕੀ। ਉਹਦੇ ਵਿੱਚ ਇੱਕ ਰਜਿਸਟਰ ਦੱਸਿਆ ਉਹਨਾਂ ਨੇ, ਸਾਡੇ ਕੋਲ ਡਾਇਰੀ ਹੈ ਇੱਕ, ਉਹ ਡਾਇਰੀ ਸ਼੍ਰੋਮਣੀ ਕਮੇਟੀ ਦੇ ਹਿਸਾਬ ਕਿਤਾਬ ਦੀ ਸੀਗੀ। ਇੱਕ ਕੋਈ ਲਾਇਸੈਂਸ ਆ ਅਸਲੇ ਦਾ ਕਿਸੇ ਦਾ, ਤਨਣ ਸਿੰਘ ਦਾ। ਇੱਕ ਕੋਈ ਖੋਜਕੀਪੁਰ ਦੀ ਡਾਇਰੀ ਆ, ਬਲਵਿੰਦਰ ਸਿੰਘ ਖੋਜਕੀਪੁਰ ਦੀ। ਇੱਕ ਸੰਤ ਸਿਪਾਹੀ ਮੈਗਜ਼ੀਨ ਦੀ ਕਾਪੀ ਆ। ਇੰਨੀ ਕੁ ਆਹ 5 ਆਈਟਮਾਂ ਕਹਿੰਦੇ ਸਾਡੇ ਕੋਲ ਵਾਪਸ ਆ, ਇਹ ਸ਼੍ਰੋਮਣੀ ਕਮੇਟੀ ਲੈ ਲਵੇ, ਬਾਕੀ ਅਸੀਂ ਦੇ ਚੁੱਕੇ ਹਾਂ। ਉੱਥੇ ਮੈਨੂੰ ਲੱਗਿਆ ਇਹ ਗੱਲ ਦਾ ਵੀ ਇਹ ਜਿਹੜਾ ਸਾਰਾ ਕਾਲਾ ਮੇਲਾ ਹੋ ਰਿਹਾ, ਉਹ ਹਾਈ ਕੋਰਟ ਨੇ ਫਿਰ ਜਦੋਂ ਆਪਣਾ ਫੈਸਲਾ ਦਿੱਤਾ, ਉਹਦੇ ਵਿੱਚ ਉਹਨੇ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਤੁਸੀਂ ਸਾਡੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਜਾ ਸਕਦੇ ਹੋ। ਬਿਲਕੁਲ, ਅਸੀਂ ਸੰਤੁਸ਼ਟ ਹਾਂ ਜੋ ਸੀਬੀਆਈ ਨੇ ਕਿਹਾ। ਤੁਹਾਨੂੰ ਲੱਗਦਾ ਸਾਨੂੰ ਸਾਮਾਨ ਵਾਪਸ ਨਹੀਂ ਮਿਲਿਆ, ਤੁਸੀਂ ਸਾਨੂੰ ਲਿਸਟਾਂ ਦੇਵੋ, ਅਸੀਂ ਸੀਬੀਆਈ ਨੂੰ ਕਹਾਂਗੇ ਆਪ ਸਾਡਾ ਸਮਾਨ ਵਾਪਸ ਨਹੀਂ ਆਇਆ, ਸੀਬੀਆਈ ਨੂੰ ਕਹਾਂਗੇ ਵੀ ਅਸੀਂ ਤੋਂ ਹੋਰ ਅੱਗੇ ਕੁਛ ਨਹੀਂ ਕਰ ਸਕਦੇ। ਉਦੋਂ ਬਾਅਦ 2004 'ਚ ਫੈਸਲਾ ਹੋਇਆ ਹਾਈ ਕੋਰਟ ਦੇ ਵਿੱਚੋਂ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਹਾਈ ਕੋਰਟ ਨੂੰ ਲਿਸਟਾਂ ਦਿੱਤੀਆਂ। 4 ਤੋਂ ਬਾਅਦ ਦੇਖੋ ਕਿੰਨੇ ਸਾਲ ਆ ਗਏ, ਲੰਘ ਗਏ। ਵੀ ਉਦੋਂ ਬਾਅਦ ਨਾ ਕੋਲੋਂ ਕਿਹਾ ਸੀ ਵੀ ਸਾਨੂੰ ਸਮਾਨ ਦੇ ਲਿਸਟਾਂ ਦਿਓ, ਜੋ ਤੁਹਾਡੇ ਕੋਲ ਨਹੀਂ ਆਇਆ, ਜੋ ਤੁਹਾਡਾ ਬਾਕੀ ਰਹਿੰਦਾ ਉਹ ਲਿਸਟਾਂ ਦੱਸੋ, ਅਸੀਂ ਸੀਬੀਆਈ ਨੂੰ ਪਾਲਣ ਕਰਾਂਗੇ ਵੀ ਭਾਈ ਆ ਤੁਸੀਂ ਵਾਪਸ ਨਹੀਂ ਕੀਤਾ, ਤੁਹਾਡੇ ਕੋਲ ਇੰਨਾ ਸਮਾਨ ਆ। ਮਤਲਬ ਕੀ ਕਹੀਏ ਰਾਈ ਸਾਹਿਬ, ਮਤਲਬ ਕਿ ਬਹੁਤ ਵੱਡੀ ਆਪਣੀ ਪੁਰਾਤਨ ਪੀੜ੍ਹਾਂ ਦੀ ਬੇਅਦਬੀ ਸੀ। ਹਾਂਜੀ, ਬੇਅਦਬੀ ਕਵਾਂਗੇ ਇਹਨੂੰ। ਬਹੁਤ ਸਾਰਾ ਕੁਝ ਹੋਇਆ ਜੀ। ਉਹਦੇ ਵਿੱਚੋਂ ਸ਼੍ਰੋਮਣੀ ਕਮੇਟੀ ਨੇ ਜਿਹੜਾ ਆਪਣਾ ਪੱਖ ਰੱਖਿਆ ਸੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਇਹਨੇ 20,000 ਕਿਤਾਬਾਂ ਦੀ ਲਿਸਟ ਦਿੱਤੀ ਸੀਗੀ। ਲਿਸਟ ਨਹੀਂ, ਦਾਅਵਾ ਕਹਿੰਦੇ ਸਾਨੂੰ 20,000 ਕਿਤਾਬਾਂ ਨੇ, ਜਿਹਦੇ ਵਿੱਚੋਂ ਸਾਡੀਆਂ ਦੁਰਲੱਭ ਹੱਥ ਲਿਖਤਾਂ ਨੇ, ਪੋਥੀਆਂ ਨੇ, ਗੁਟਕੇ ਨੇ,
ਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਨੇ ਜੀ ਦੁਰਲੱਭ ਕਿਸਮ ਦੀਆਂ ਵੀ ਇਹ ਸਾਡੀਆਂ ਤੇ ਸਿੰਘਾਂ ਲੈ ਕੇ ਚੱਕ ਕੇ ਉਹ ਹਾਈ ਕੋਰਟ ਨੇ ਪੁੱਛਿਆ ਵੀ ਦੱਸੋ ਕਿਹੜੀਆਂ ਕਿਹੜੀਆਂ ਕਿੰਨੀਆਂ ਵਾਪਸ ਆਈਆਂ ਕਿੰਨੀਆਂ ਅਜੇ ਬਾਕੀ ਆ। ਇਹਨੇ ਕੁਝ ਨਹੀਂ ਦੱਸਿਆ। ਉਦੋਂ ਬਾਅਦ ਭਾਈ ਸਤਨਾਮ ਸਿੰਘ ਖੰਡਾ ਕਿਉਂਕਿ ਉਹ ਮਦਈ ਸੀਗੇ, ਉਹਨੇ ਕੇਸ ਪਾਇਆ ਸੀਗਾ, ਪਟੀਸ਼ਨਰ ਸੀ, ਉਹ ਵੀ ਚੁੱਪ ਕਰ ਗਏ। ਉਹ ਜਦੋਂ ਮੇਰੇ ਉਹਨਾਂ ਗੱਲ ਹੋਈ, ਚੁੱਪ ਕਿਉਂ ਕਰ ਗਏ? ਮੇਰੇ ਉਹਨਾਂ ਗੱਲ ਹੋਈ, ਉਹ ਕਹਿੰਦੇ ਜੀ ਮੇਰੇ ਨਾਲ ਪਰਿਵਾਰ ਦੇ 8 ਜੀ ਉਹ ਝੂਠੇ ਪੁਲਿਸ ਮੁਕਾਬਲੇ 'ਚ ਖਤਮ ਕੀਤੇ ਹੋਏ ਆ, ਸੀਬੀਆਈ ਦੇ ਖਿਲਾਫ ਮੇਰੇ ਮੁਕੱਦਮੇ ਚੱਲਦੇ ਨੇ, ਉਹ ਮੁਕੱਦਮੇ ਮੇਰੇ ਪਟਿਆਲਾ ਕੋਰਟ 'ਚ ਆਵੇ। ਹੁਣ ਇੰਨਾ ਮਹਿੰਗਾ ਜਿਵੇਂ ਪਹਿਲਾਂ ਵਕੀਲ ਰੰਜਨ ਲਖਨਪਾਲ ਕੀਤਾ ਸੀਗਾ, ਬਈ ਇੰਨੇ ਮਹਿੰਗੇ ਵਕੀਲ ਕਰਨੇ ਮੇਰੀ ਤਾਂ ਜੇਬ ਇਜਾਜ਼ਤ ਨਹੀਂ ਹੁੰਦੀ। ਇਹਦਾ ਕੌਮ ਦਾ ਕੰਮ, ਕੌਮ ਕਰੇ। ਅਸਲ ਕਾਰਨ ਕੀ ਸੀ? ਅਸਲ ਕਾਰਨ ਤਾਂ ਹੁਣ ਕਈ ਗੱਲਾਂ ਆਈਆਂ ਬਾਅਦ 'ਚ ਵੀ ਉਹਦੇ ਪਰ ਸ਼੍ਰੋਮਣੀ ਕਮੇਟੀ ਦੀ ਕੋਈ ਘਾਲਾ ਮਾਲਾ ਕਰ ਗਈ ਵੀ ਸ਼੍ਰੋਮਣੀ ਕਮੇਟੀ ਨੂੰ 2-5 ਪਿਆਰ ਦੀ ਨੌਕਰੀ ਦਿੱਤੀ। ਉਹ ਸ਼੍ਰੋਮਣੀ ਕਮੇਟੀ 'ਚ ਖੁਦ ਮੁਲਾਜ਼ਮ ਬਣ ਗਏ। ਗੋਡੇ ਢਿੱਡ ਅੱਗੇ ਝੁੱਕ ਗਏ। ਚਲੋ ਕੁਛ ਵੀ ਕਹਿ ਲਓ, ਹੁਣ ਆਪਾਂ ਨੇ ਕਹਿ ਸਕਦੇ ਵੀ ਉਹਦੀ ਇਮਾਨਦਾਰੀ ਤਾਂ ਹੈਗੀ ਨਾ, ਉਹਨੇ ਚਲੋ ਸੀਬੀਆਈ ਨੂੰ ਕਟਹਿਰੇ 'ਚ ਖੜਾ ਕੀਤਾ, ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਬੰਦੇ ਨੇ ਮਜਬੂਰੀਆਂ ਵੀ ਹੁੰਦਾ, ਪ੍ਰੈਸ਼ਰ ਵੀ ਬਣ ਜਾਂਦਾ, ਕਿਵੇਂ ਕਹਿ ਲਓ। ਉਸ ਤੋਂ ਬਾਅਦ ਉਹ ਨਾ ਤਾਂ ਸ਼੍ਰੋਮਣੀ ਕਮੇਟੀ, ਜਦੋਂ ਸ਼੍ਰੋਮਣੀ ਕਮੇਟੀ ਕੋਲ ਸਾਰਾ ਕੁਛ ਆ, ਇਹਨਾਂ ਨੂੰ ਹਾਈ ਕੋਰਟ ਜੇ ਸਤਨਾਮ ਸਿੰਘ ਖੰਡੇ ਦੀ ਮਜਬੂਰੀ ਬਣ ਗਈ, ਇਹਨਾਂ ਨੂੰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਵੀ ਸਾਡਾ ਇਨਸਾਫ ਨਹੀਂ ਹੋਇਆ, ਉੱਥੇ ਜਾਂਦੇ ਸੁਪਰੀਮ ਕੋਰਟ ਦੇ ਵਿੱਚ। 2004 ਤੋਂ ਲੈ ਕੇ ਅਜੇ ਤੱਕ ਕੋਈ ਗੱਲ ਨਹੀਂ ਹੋਈ। ਸਤਨਾਮ ਸਿੰਘ ਖੰਡਾ ਚੁੱਪ ਕਰਕੇ 2022 ਆ ਗਿਆ ਜੀ। ਹੁਣ ਇਹਦੇ ਵਿੱਚੋਂ ਹੁਣ 18 ਸਾਲ ਬੀਤ ਚੁੱਕੇ ਆ। ਹੁਣ ਉਹਦੇ ਵਿੱਚੋਂ ਫਿਰ ਪਿਛਲੇ 2 ਸਾਲ ਪਹਿਲਾਂ ਫਿਰ ਇਹ ਮਾਮਲਾ ਉੱਭਰਿਆ। ਫਿਰ ਸੀਬੀਆਈ ਨੇ ਇਹ ਗੱਲ ਕਹਿਤੀ, ਕੇਂਦਰ ਸਰਕਾਰ ਨੇ ਕਹਿਤੀ ਆ ਮੋਦੀ ਮੌਕੇ ਵੀ ਸੀਬੀਆਈ ਸਾਰਾ ਸਮਾਨ ਦੇ ਚੁੱਕੀ ਆ, ਜਿਹੜੀਆਂ ਪੁਰਾਣੀਆਂ ਚਿੱਠੀਆਂ ਪਈਆਂ ਹੋਈਆਂ ਸੀ ਉਹਦੇ ਜਵਾਬ ਵਜੋਂ ਵੀ ਅਸੀਂ ਉਹਦੇ ਬਾਈ ਨੇਮ ਜਿਹੜਾ ਸ਼੍ਰੋਮਣੀ ਕਮੇਟੀ ਸਕੱਤਰ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ, ਦਲਮੇਘ ਸਿੰਘ, ਇਹਨਾਂ ਨੂੰ ਸਾਰਾ ਸਮਾਨ ਅਸੀਂ ਵਾਪਸ ਕਰ ਚੁੱਕੇ ਹਾਂ। ਠੀਕ ਹੈ, ਹਾਂ, ਸਾਨੂੰ ਦੱਸੋ ਤੁਸੀਂ। ਜਦੋਂ ਬਾਈ ਨੇਮ ਗੱਲ ਆ ਗਈ ਤਾਂ ਸ਼੍ਰੋਮਣੀ ਕਮੇਟੀ ਨੇ ਉਦੋਂ ਕੀ ਕੀਤਾ, ਮੇਰਾ ਖਿਆਲ ਸ਼ਾਇਦ ਉਦੋਂ ਬੀਬੀ ਜਗੀਰ ਕੌਰ ਪ੍ਰਧਾਨ ਸਾਹਿਬ ਗੋਬਿੰਦ ਸਿੰਘ ਲੌਂਗੋਵਾਲ ਸੀ, ਉਹਨਾਂ ਨੇ 2 ਸਾਲ ਪਹਿਲਾਂ 2020 ਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਇੱਕ 5 ਮੈਂਬਰੀ ਕਮੇਟੀ ਬਣਾਤੀ ਵੀ ਖੋਜ ਕਰੂਗੀ, ਵੀ ਲਿਸਟਾਂ ਬਣਾਊ ਕਿਹੜੀਆਂ ਸਮਾਨ ਕਿਹੜੇ ਉਹਦੇ 'ਚ ਆਇਆ। ਉਹਨੇ ਦਸਤਖਤ ਕਰਤੇ, ਕੁਲਵੰਤ ਸਿੰਘ ਦੀ ਵੀ ਇੰਟਰਵਿਊ ਵਗੈਰਾ ਛਪੀ ਜੀ, ਮੈਂ ਤਾਂ ਸਮਾਨ ਆਇਆ, ਮੈਂ ਤਾਂ ਫਲਾਣੇ ਨੇ ਦਸਤਖਤ ਕਰਾ ਲਏ, ਮੈਂ ਤਾਂ ਉਹੀ ਕਰਤਾ, ਮੈਂ ਦੇਖਿਆ ਨਹੀਂ ਸਮਾਨ, ਮੈਂ ਤਾਂ ਪ੍ਰਧਾਨ ਨੇ ਦਸਤਖਤ ਕਰਾ ਲਿਆ, ਆਪਾਂ ਨੂੰ ਸਮਾਨ ਵਾਪਸ ਆ ਗਿਆ ਜੀ, ਮੈਂ ਉਹ ਕਰਤਾ। ਦਲਮੇਘ ਸਿੰਘ ਦਾ ਵੀ ਨਾਂ ਆਉਂਦਾ ਰਿਹਾ। ਉਹਦੀ ਖੋਜ ਕਰਨ ਦੀ ਖਾਤਰ ਵੀ ਸੱਚ ਕੀ ਆ, ਉਹ ਸਮਾਨ ਜੇ ਸੀਬੀਆਈ ਨੇ ਵਾਪਸ ਕੀਤਾ, ਉਹਦੀਆਂ ਲਿਸਟਾਂ ਬਣਾਓ, ਕਿੱਥੇ ਲੈਵਲ 'ਚ ਹੁਣ ਵੀ ਹੈਗੀ ਆ, ਕਿੰਨਾ ਉਹ 'ਚ ਪਿਆ ਗਾ, ਕਿੰਨਾ ਆਪਣਾ ਗਿਆ ਸੀਗਾ, ਲਿਸਟਾਂ ਦੇ ਨਾਲ ਮਿਲਾਓ। ਇੱਕ 5 ਮੈਂਬਰੀ ਕਮੇਟੀ ਬਣਾਤੀ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ, ਜਿਹੜੇ ਕਿ 3 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ। ਉਹਦੇ ਵਿੱਚ ਸੁਖਦੇਵ ਸਿੰਘ ਭੂਰਾ ਕੋਨਾ ਸੀ, ਬੀਬੀ ਜਗੀਰ ਕੌਰ ਸੀ, ਦਲਮੇਘ ਸਿੰਘ ਸੀਗੇ, ਅਤੇ ਜਿਹੜਾ ਮੁੱਖ ਸਕੱਤਰ ਸੀ ਉਦੋਂ ਸਕੱਤਰ ਡਾਕਟਰ ਰੂਪ ਸਿੰਘ ਸੀਗਾ। ਇਦੋਂ ਬਡੂੰਗਰ ਸਾਹਿਬ ਦੇ ਮੁਤਾਬਕ ਆ ਮੇਰੀਆਂ 2 ਮੀਟਿੰਗਾਂ ਹੋਈਆਂ, ਕਹਿੰਦੇ ਬਾਅਦ 'ਚ ਕਰੋਨਾ ਆ ਗਿਆ, ਫਿਰ ਕਹਿੰਦੇ ਸਾਡੀ ਕੋਈ ਮੀਟਿੰਗ ਹੀ ਨਹੀਂ ਹੋਈ ਹੁਣ ਤੱਕ। ਤੁਹਾਨੂੰ ਇਹ ਕਿਉਂ ਲੱਗਦਾ ਹੈ, ਕੀ ਲੱਗਦਾ ਇਹਦੇ ਪਿੱਛੇ ਵੀ ਭਾਵੇਂ ਆਪਾਂ ਗੱਲ ਕਰੀਏ ਜੋਗਿੰਦਰ ਸਿੰਘ ਵਿਦਾਂਤੀ, ਕਿਰਪਾਲ ਸਿੰਘ ਬਡੂੰਗਰ ਆ, ਗੋਬਿੰਦ ਸਿੰਘ ਜਿਹੜੇ ਹੁਣ ਪ੍ਰਧਾਨ ਰਹੇ, ਆਪਣਾ ਲੌਂਗੋਵਾਲ, ਜਗੀਰ ਕੌਰ, ਅਵਤਾਰ ਸਿੰਘ ਮੱਕੜ, ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਆਪਾਂ ਇਹਨੂੰ ਮਸਲੇ ਨੂੰ ਘੋਖੀਏ? ਇਹਨਾਂ ਤੇ ਕਾਹਦਾ ਰਾਜਨੀਤਿਕ ਦਬਾਅ? ਮੈਂ ਇਹਦੇ ਵਿੱਚ ਪੈਂਫੜ ਕਿਤਾਬ ਛਪਣੀ ਆ ਜੇ, ਕਿਉਂਕਿ ਅਸੀਂ ਮਤਲਬ ਥੋੜ੍ਹੇ ਸਮੇਂ ਤੱਕ 200-250 ਪੇਜ ਦੀ ਕਿਤਾਬ ਮੇਰੀ ਵੱਡੀ ਹੈਗੀ, ਸਾਰੇ ਦਸਤਾਵੇਜ਼ ਆਉਣੇ ਆ। ਇਹਦੇ ਵਿੱਚ ਸਾਰਾ ਦੱਸਿਆ, ਦੋਸ਼ੀ ਤਾਂ ਸਾਰੇ ਹੀ ਬਣਦੇ ਨੇ। ਬਾਦਲਾਂ ਨੇ ਚਲੋ ਕਹਿਤੇ ਸੀ ਗੜੇ ਮੁਰਦੇ ਕੀ ਉਖਾੜਨੇ, ਬਾਦਲਾਂ ਨੇ ਤਾਂ ਕਹਿਤਾ, ਹੁਣ ਦੋਸ਼ੀ ਤਾਂ ਇਹ ਬਣਦੇ ਨੇ, ਇਹ ਇੱਕ ਦੂਜੇ ਨੂੰ ਬਚਾਉਣ ਤੇ ਲੱਗੇ ਹੋਏ ਨੇ। ਜਿਵੇਂ ਜੋਗਿੰਦਰ ਸਿੰਘ ਵਿਦਾਂਤੀ ਸਮੇਂ-ਸਮੇਂ ਤੇ ਆਏ ਅਕਾਲ ਤਖਤ ਦੇ ਜਥੇਦਾਰ ਵੀ ਚੁੱਪ ਰਹੇ, ਜਿਵੇਂ ਹਾਂਜੀ, ਜਿਵੇਂ ਕਿ ਪ੍ਰੋਫੈਸਰ ਮਨਜੀਤ ਸਿੰਘ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ, ਜਿਹੜੀਆਂ ਉਹਨੇ ਪੁਰਾਤਨ ਹੱਥ ਲਿਖਤ ਬੀੜਾਂ, ਹੱਥ ਲਿਖਤ ਸਰੂਪ ਸੀਬੀਆਈ ਨੇ ਵਾਪਸ ਕੀਤੇ ਨੇ, ਉਹ ਤਾਂ ਉਹਨਾਂ ਇੰਚਾਰਜ ਤਾਂ ਉਹ ਸੀ ਨਾ, ਅਕਾਲ ਤਖਤ ਤੇ ਜਾਣੀਆਂ ਸੀਗੀਆਂ ਤੋਸ਼ੇਖਾਨੇ 'ਚ। ਫਿਰ ਉਹ ਤੋਂ ਬਾਅਦ ਵਿਦਾਂਤੀ ਸਾਹਿਬ ਆਏ, ਵਿਦਾਂਤੀ ਸਾਹਿਬ ਨੇ ਜੋ ਠੱਗੀਆਂ ਠੋਰੀਆਂ ਕੀਤੀਆਂ ਨੇ, ਜੋ ਵੇੜਾ ਗਰਕ ਕੀਤਾ, ਉਹਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ। ਹੁਣ ਆਪਣੀ ਗੱਲ ਤਿਲਕ ਜਾਣੀ ਆ ਵੀ ਕਲੰਗੀ ਗੁਰੂ ਗੋਬਿੰਦ ਸਿੰਘ ਕਲੰਗੀ ਲਿਆਉਣ ਦੇ ਨਾਤੇ ਉਹਨੇ ਕਿਵੇਂ ਆਪਣਾ ਸਾਰਾ ਕੋੜਮਾ ਤੇ ਭਤੀਜੇ ਭਾਣਜੇ ਸਾਰੇ ਕੈਨੇਡਾ ਭੇਜਦੇ ਸੀਗੇ, ਉਹ ਵਕਾਰ ਚੈਪਟਰ ਆ। ਉਹ ਵਿਦਾਂਤੀ ਸਾਹਿਬ ਨੇ ਕਿੱਥੇ ਗਈਆਂ ਉਹ ਹੱਥ ਲਿਖਤ ਬੀੜਾਂ, ਕਿਹਨੂੰ ਵੇਚਤੀਆਂ, ਕਿਹਨੂੰ ਦੇਤੀਆਂ, ਇਹ ਕੋਈ ਰਿਕਾਰਡ ਨਹੀਂ ਆ। ਜਿਹੜੀ ਕੈਨੇਡਾ 'ਚ ਬੀੜ ਹੈਗੀ ਪੁਰਾਤਨ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਜੋ ਪਿਛਲੇ ਸਾਲ 'ਚ ਵੀ ਗੱਲ ਕੀਤੀ ਆ, ਉੱਥੇ ਸਾਰੀ ਦੇ ਵਿੱਚ ਸੱਜਣ ਬੈਠੇ ਨੇ ਗੜ੍ਹ ਸ਼ੰਕਰ ਵੱਲ ਦੇ, ਉਹਨੇ ਉੱਥੇ ਪੁਰਾਤਨ ਬੀੜ ਦੇ ਮੰਨਿਆ ਜਾਂਦਾ ਸੀ ਵੀ ਦਮਦਮੀ ਬੀੜ ਆ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਆਪਣੇ ਦਸਤਖਤ ਨੇ, ਜਿਹੜੀ ਤੇ ਭਾਈ ਮਨੀ ਸਿੰਘ ਵੱਲੋਂ ਲਿਖੀ ਗਈ ਆ, ਉਹਦੇ ਉਹਨੇ ਦਰਸ਼ਨ ਕਰਾਉਣ ਦੇ ਬਹਾਨੇ ਸੰਗਤਾਂ ਤੋਂ ਡਾਲਰ ਵੀ ਬਟੋਰੇ ਨੇ। ਠੀਕ ਹੈ। ਹੁਣ ਉਹ ਸੱਜਣ ਕਮਲਾ ਬੋਲਾ ਹੋਇਆ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਬੀੜ ਦਾ। ਹੁਣ ਉਹ ਜਿਹੜੀ ਗੱਲ ਆ ਵੀ ਵਿਦਾਂਤੀ ਨੇ ਉੱਥੇ ਉਹ ਬੀੜ ਦਿੱਤੀ ਕਿਵੇਂ, ਉਹ ਬੀੜ ਉੱਥੋਂ ਗਾਹਾਂ ਫਿਰ ਕਿੱਥੇ ਗਈ ਸਰੂਪ, ਉਹ ਅਜੇ ਤੱਕ ਕੋਈ ਵਿਦਾਂਤੀ ਪੂਰੇ ਹੋ ਗਏ, ਉਹ ਗੱਲ ਹੀ ਨਹੀਂ। ਉਦੋਂ ਬਾਅਦ ਹੁਣ ਜਿਹੜੀ 5 ਮੈਂਬਰੀ ਕਮੇਟੀ ਬਣਾਈ, ਜਦੋਂ 328 ਸਰੂਪ ਹੁਣ ਲਾਪਤਾ ਹੋਏ ਆ ਹਰਪ੍ਰੀਤ ਸਿੰਘ ਦੇ ਮੌਕੇ, ਉਹਦੇ ਵਿੱਚ ਸਰੂਪ ਲਾਪਤਾ ਹੁਣ ਮੌਕੇ ਜ਼ਿੰਮੇਵਾਰੀ ਬਣਦੀ ਸੀ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ, ਉਹ ਸਮੇਤ ਪਰਿਵਾਰ ਕੈਨੇਡਾ ਚਲਿਆ ਗਿਆ, ਗੱਲ ਹੀ ਖਤਮ ਹੋ ਗਈ।
ਬਾਕੀ ਲੀਡਰ ਹੋਰ ਪਾਰਟੀਆਂ ਦੇ ਲੀਡਰ ਜਿਹੜੇ ਭਾਵੇਂ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਦੀ ਗੱਲ ਕਰੀਏ, ਹੋਰ ਦੀ ਗੱਲ ਕਰੀਏ, ਇਹ ਵੀ ਚੁੱਪ ਰਹੇ। ਇਹਨਾਂ ਦਾ ਮਸਲਾ ਨਹੀਂ ਜੇ, ਉਹ ਤਾਂ ਹੁਣ ਜਦੋਂ ਮਸਲਾ ਤਾਂ ਕੌਮ ਦਾ ਹੈ, ਪੰਥ ਦਾ ਹੈ, ਪਰ ਉਹਨਾਂ ਦਾ ਹੁਣ ਪੰਜਾਬ ਦਾ ਮਸਲਾ ਹੈ ਇਹ। ਸ਼੍ਰੋਮਣੀ ਕਮੇਟੀ ਜਾਣੇ ਜਾਂ ਬਾਦਲ ਜਾਣੇ ਜਿਹੜੇ ਪੰਥ ਦਾ ਦਾਅਵਾ ਕਰਦੇ ਆ, ਜਿਹੜੇ ਅਮਰਿੰਦਰ ਸਿੰਘ ਆ ਉਹ ਪੰਥ ਦੇ ਨਾਂ ਤਾਂ ਵੋਟਾਂ ਨਹੀਂ ਲੈਂਦੇ, ਪੰਥ ਦੇ ਨਾਂ ਤਾਂ ਵੋਟਾਂ ਹੀ ਲੈਣੇ ਵੀ ਅਸੀਂ ਪੰਥ ਸਵਾਲ ਤਾਂ ਕੀਤਾ ਵੀ ਕੋਈ ਵੀ ਮੁੱਖ ਮੰਤਰੀ ਜਿਸ ਮੁੱਦੇ ਤੇ ਸਵਾਲ ਚੁੱਕੇਗਾ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਉਹਦੀ। ਬਣਦੀ ਆ, ਬਣੀ ਤਾਂ ਹੁਣ ਮੌਜੂਦਾ ਮੁੱਖ ਮੰਤਰੀ ਦੀ ਵੀ ਆ, ਉਹ ਗੱਲ ਨੂੰ ਲਿਆਵੇ, ਕੋਈ ਕਮੇਟੀ ਬਣਾਵੇ ਵੀ ਦੱਸੋ ਯਾਰ ਕਿੱਥੇ ਆ। ਫਿਰ ਜਦੋਂ ਇਹ ਬਣਾਉਂਦੇ ਆ ਨਾ, ਚਾਹੇ ਉਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਚਾਹੇ ਕਾਂਗਰਸ ਦਾ, ਤੇ ਇਹਨਾਂ ਕੋਲ ਇੱਕੋ ਹੀ ਆ ਬਾਦਲਾਂ ਕੋਲ, ਇਹ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦੇ ਨੇ, ਇਹ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦੇ ਨੇ। ਇਹ ਸਿੱਖ ਨਹੀਂ, ਇਹ ਸਿੱਖ ਨਹੀਂ ਹੈਗੇ, ਇਹਨੂੰ ਸਿੱਖ ਹੀ ਨਹੀਂ ਮੰਨਦੇ। ਜੇ ਉਹ ਸਿੱਖ ਨੇ, ਉਹ ਜਿਹੇ ਸਿੱਖ ਨਹੀਂ ਨਾ ਇਹ ਬੇਈਮਾਨ, ਕੌਮ ਦੇ ਅੱਖਾਂ 'ਚ ਘੱਟਾ ਪਾਉਣ ਵਾਲੇ ਬੇਈਮਾਨ ਸਿੱਖ ਨਹੀਂ ਹੈ। ਉਹਨੂੰ ਸਾਡੇ ਵਰਗਾ ਸਿੱਖ ਹੋਵੇ ਵੀ ਕੌਮ ਦੇ ਅੱਖਾਂ 'ਚ ਘੱਟਾ ਪਾਓ, ਸਾਰਾ ਕੁਝ ਕਰੀ ਚੱਲੋ। ਹੁਣ ਜਿਹੜੀ ਗੱਲ ਉੱਥੇ ਦੀ ਉੱਥੇ ਰਹਿ ਗਈ। ਹੁਣ ਮੇਰੀ ਗੱਲ, ਜਦੋਂ ਮੇਰਾ 2 ਕਿਸ਼ਤਾਂ 'ਚ ਲੇਖ ਛਪਿਆ ਪਿਛਲੇ ਹਫ਼ਤੇ ਅਜੀਤ ਅਖਬਾਰ ਦੇ ਵਿੱਚ, ਸੰਡੇ ਨੂੰ ਤੇ ਸੋਮਵਾਰ ਨੂੰ, ਉਹਦੇ ਵਿੱਚ ਮੈਂ ਸਾਰੀਆਂ ਗੱਲਾਂ ਉਠਾਈਆਂ। ਚਲੋ ਬਰੀਫ ਸੀ, ਜਿੰਨਾ ਕੁ ਅਖਬਾਰ ਦੀ ਸੀਮਤ ਆਈ ਹੁੰਦੀਆਂ, ਕੋਈ ਮਾਮਲਾ ਤਾਂ ਵੱਡਾ ਗਾ, ਇਹ ਪੈਂਫਲੇਟ 'ਚ ਮੈਂ ਵੱਧ ਮੈਟਰ ਦਿੱਤਾ। ਉਦੋਂ ਬਾਅਦ ਮੈਨੂੰ ਸੁਖਦੇਵ ਸਿੰਘ ਭੂਰਾ ਕੋ ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਮੈਂ ਸੇਵਾ ਮੁਕਤ ਹੋ ਗਿਆ ਵੀ ਜਿਹੜੀ ਤੁਸੀਂ ਗੱਲ ਕੀਤੀ ਆ 5 ਮੈਂਬਰੀ ਕਮੇਟੀ ਬਣਾਤੀ ਸੀਗੀ, ਉਹਦੀ ਮੈਂ ਰਿਪੋਰਟ ਮੁਕੰਮਲ ਕਰਨ ਤੋਂ ਬਾਅਦ ਸੇਵਾ ਮੁਕਤ ਹੋਇਆ। ਮੇਰੀ ਰਿਪੋਰਟ ਕਿੱਥੇ ਆ? ਕਹਿੰਦੇ ਤਾਂ ਸ਼੍ਰੋਮਣੀ ਕਮੇਟੀ ਨੂੰ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਪ੍ਰਧਾਨ ਕੌਣ ਸੀ? ਉਸ ਮੌਕੇ ਪ੍ਰਧਾਨ ਮੇਰੇ ਖਿਆਲ ਗੋਬਿੰਦ ਸਿੰਘ ਲੌਂਗੋਵਾਲ ਸੀ। ਠੀਕ ਹੈ, ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ। ਹੁਣ ਇੱਥੇ ਇੱਕ ਕੇਸ ਲੁਧਿਆਣੇ ਤੋਂ ਕਿਸੇ ਨੌਜਵਾਨ ਸਤਿੰਦਰ ਸਿੰਘ ਨੇ ਹਾਈ ਕੋਰਟ 'ਚ ਫੇਰ ਪਾਇਆ ਹੋਇਆ, ਉਹ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ, ਉਹ 'ਚ 5 ਤਰੀਕਾਂ ਪੈ ਚੁੱਕੀਆਂ। ਕਹਿੰਦੇ ਤਾਂ ਜਵਾਬ ਦਾਵਾ ਦੇਣਾ ਸ਼੍ਰੋਮਣੀ ਕਮੇਟੀ ਨੇ ਵੀ ਉੱਥੇ ਉਹ ਲਾਉਣਾ ਜੋ ਅਸੀਂ ਰਿਪੋਰਟ ਮੁਕੰਮਲ ਕੀਤੀ ਆ। ਮੈਂ ਕਿਹਾ ਰਿਪੋਰਟ ਕਿਹੜਾ ਕੋਈ ਗੁਪਤ ਆ, ਤੁਸੀਂ ਮੈਨੂੰ ਤਾਂ ਪੁਆਇੰਟ ਦੱਸ ਦਿਓ, ਅਸੀਂ ਤਾਂ ਜਾਂ ਸਿੱਟੇ 'ਤੇ ਪਹੁੰਚਿਆ, ਨਹੀਂ ਤਾਂ ਸ਼੍ਰੋਮਣੀ ਕਮੇਟੀ ਦੱਸੂ ਜੀ, ਤਾਂ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ। ਭੂਰਾ ਕੋਨਾ ਸਾਹਿਬ ਕਹਿ ਰਹੇ ਨੇ ਕਿ ਅਸੀਂ ਰਿਪੋਰਟ ਮੁਕੰਮਲ ਕਰਤੀ, ਜਿਹੜੇ ਪ੍ਰਧਾਨ ਨੇ ਇਹ ਕਮੇਟੀ ਦੇ ਬਡੂੰਗਰ ਸਾਹਿਬ, ਉਹਨਾਂ ਨੂੰ ਪਤਾ ਨਹੀਂ ਵੀ ਰਿਪੋਰਟ ਮੁਕੰਮਲ ਹੋ ਗਈ, ਉਹ ਤਾਂ ਗੱਲ ਖੜੀ ਆ ਜੇ, ਕੋਈ ਮੀਟਿੰਗ ਹੀ ਨਹੀਂ ਹੋਈ। ਸੋ ਇਹ ਕਾਲਾ ਮਾਲਾ ਇੱਕ ਦੂਜੇ ਨੂੰ ਬਚਾਉਣ ਦਾ ਹੈਗਾ, ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ। ਇਸ ਰੋਟੀਆਂ ਕਾਰਨ ਪੂਰੇ ਤਾਲ ਵੀ ਆਪਦੀਆਂ ਜਿਹੜੀਆਂ ਨੌਕਰੀਆਂ ਪੂਰੀਆਂ ਕਰ ਲਓ, ਕਾਹਨੂੰ ਆਪਾਂ ਕੋਈ ਗੱਲ ਕਹਿਣੀ ਆ, ਇੱਕ ਦੂਜੇ ਨੂੰ ਬਚਾਉਣ ਤੇ ਦਬਾਅ ਪੈ ਰਿਹਾ, ਛੱਡ ਯਾਰ ਤੂੰ ਮੇਰਾ ਨਾਂ ਨਾ ਲਈ, ਤੂੰ ਹੁਣ ਨਾ ਲਈ, ਆਹ ਨਾ ਕਰੀ। ਇਸ ਕਰਕੇ ਕੌਡੀਆਂ ਘੱਟੇ ਰੁਲ ਗਈ। ਮੈਂ ਕਹਿੰਦਾ ਵੀ ਸੀਬੀਆਈ ਦੇ ਵੀ ਜਿਹੜਾ ਕੁਛ ਤਾਂ ਦਸਤਾਵੇਜ਼ ਜਿਹੜੇ ਦੁਰਲੱਭ ਹੋਣਗੇ ਉਹ ਸੀਬੀਆਈ ਨੇ ਗਾਹਾਂ ਵੇਚਤੇ। ਇਹੋ ਜਿਹੀਆਂ ਬਹੁਤ ਵੱਡੀਆਂ ਪਾਰਟੀਆਂ ਜਿਹੜੇ ਪੁਰਾਤਨ ਵਸਤਾਂ ਖਰੀਦਦੇ ਵੀ ਨੇ। ਸਾਡਾ ਪਹਿਲਾਂ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਰਾਜ ਕਾਬੂ ਕੀਤਾ, ਸਾਡਾ ਪੂਰੇ ਦਾ ਪੂਰਾ ਜਿਹੜਾ ਲਾਹੌਰ ਦਾ ਸਾਰਾ ਉਹ ਮਟੀਰੀਅਲ ਪਹੁੰਚ ਚੁੱਕਿਆ ਲੰਡਨ ਦੇ ਵਿੱਚ, ਉਹਨਾਂ ਨੇ ਕੁਛ ਨਹੀਂ ਛੱਡਿਆ ਉਦੋਂ ਪੰਜਾਬ ਦੇ ਵਿੱਚ। ਹੁਣ ਇਹਨਾਂ ਨੇ ਵੇਚਤਾ, ਤੇ ਉਹਨੇ ਮਿਲੀ ਭੁਗਤ ਨਾਲ ਸੀਬੀਆਈ ਦੇ ਨਾਲ ਇਹ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਵੇਚਤਾ, ਖਾ ਕੇ ਸਾਰਾ ਵੇਚ ਕੇ। ਕੌਮ ਦੇ ਪੱਲੇ ਕੁਛ ਨਹੀਂ। ਹੁਣ ਕਈ ਰੋਂਦੇ ਨੇ ਜਦੋਂ ਮੈਨੂੰ ਫੋਨ ਕਰਦੇ ਨੇ ਅਖਬਾਰ 'ਚ ਪੜ੍ਹ ਕੇ, ਜੀ ਕੁਛ ਨਹੀਂ ਵਾਪਸ ਹੋਣਾ। ਮੈਂ ਜੀ ਕੁਛ ਨਹੀਂ ਵਾਪਸ ਹੋਣਾ, ਖੂਹ 'ਚ ਇੱਟ ਡਿੱਗ ਪਈ ਨਹੀਂ ਨਿਕਲਦੀ। ਹੁਣ ਇਹਨੂੰ ਕਿਵੇਂ ਕੱਢੋਗੇ? ਜਦੋਂ ਹੁਣ ਭਾਈ ਗੁਰਦਾਸ ਜੀ ਨੇ ਲਿਖਿਆ, ਜੇ ਬੇੜੀ ਡੋਬੇ ਪਾਤਣੀ ਕੌਣ ਪਾਰ ਉਤਾਰਾ, ਜੇ ਖਾਏ ਬਾੜ ਖੇਤ ਕੋ ਤਾਂ ਰਹੇ ਨਾ ਸਾਰਾ। ਉਹੀ ਹੋ ਰਿਹਾ, ਉਹੀ ਹੋ ਰਿਹਾ ਨਾ। ਜਿਹੜੇ ਕੌਮ ਨੇ ਤੁਸੀਂ ਆਗੂ ਬਣਾਉਣਾ, ਸ਼੍ਰੋਮਣੀ ਕਮੇਟੀ ਦੇ ਆਗੂ ਨੇ, ਪ੍ਰਧਾਨ ਨੇ, ਸਕੱਤਰ ਨੇ, ਐਡੀਆਂ ਐਡੀਆਂ ਮੋਟੀਆਂ ਤਨਖਾਹਾਂ ਲਈ ਜਾਂਦੇ ਨੇ, ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਜਿਹੜੇ ਕਹਿੰਦੇ ਅਸੀਂ ਪੰਥ ਦੇ ਰਖਵਾਲੇ ਆ, ਅਸੀਂ ਪੰਥਕ ਬੰਦੇ ਆ, ਉਹੀ ਮੌਨ ਹੈ, ਉਹੀ ਸਾਰਾ ਕੁਝ ਹੋ ਗਿਆ ਉੱਥੇ। ਦੁੱਖ ਤਾਂ ਇਸ ਗੱਲ ਦਾ, ਮੇਰੇ ਅੰਦਰ ਇੱਕ ਦਰਦ ਦਾ ਕੌਮ ਦਾ। ਮੈਂ ਸ਼ਬਦ ਦੀ ਇਬਾਦਤ 'ਚ ਰਹਿਣ ਵਾਲਾ ਇਨਸਾਨ ਆ, ਮੈਨੂੰ ਆ ਜਾ ਕੌਮ ਦਾ ਧਰੋਹਰ ਆ, ਕੌਮ ਦੀ ਸਾਰੀ ਮਨੁੱਖਤਾ ਦੀ ਧਰੋਹਰ ਆ। ਸਾਡੇ ਕੋਲ ਕਿੱਡੇ ਪੁਰਖਿਆਂ ਨੇ, ਸਾਡੇ ਡਾਕਟਰ ਗੰਡਾ ਸਿੰਘ ਵਰਗਿਆਂ ਨੇ, ਸ਼ਮਸ਼ੇਰ ਸਿੰਘ ਅਸ਼ੋਕ ਵਰਗਿਆਂ ਨੇ, ਸਰਦਾਰ ਦਵਿੰਦਰ ਸਿੰਘ ਦੁੱਗਲ ਵਰਗਿਆਂ ਨੇ, ਕਿੰਨਾ ਨੇਕਾਂ ਵਿਦਵਾਨ ਨੂੰ ਕਿੱਥੋਂ ਕਿੱਥੋਂ ਖਰੜੇ ਇਕੱਠੇ ਕੀਤੇ ਸੀ, ਕਿੱਥੋਂ ਕਿੱਥੋਂ ਹੱਥ ਲਿਖਤ ਦੁਰਲੱਭ ਸਰੂਪ ਇਕੱਠੇ ਕੀਤੇ, ਲੋਕਾਂ ਨੇ ਭੇਟਾ ਕੀਤੇ ਇੱਥੇ। ਮੇਰੇ ਪੁਰਖੇ ਜਿਹੜੇ ਸੀਗੇ, ਮੇਰੇ ਪੜਦਾਦੇ ਦੇ ਗਾਂ ਦਾਦੇ, ਉਹ ਗੁਰੂ ਗ੍ਰੰਥ ਦੇ ਉਤਾਰੇ ਕਰਦੇ ਸੀਗੇ। ਉਹਨੇ 4 ਸਰੂਪ ਸੀ, ਉਹਨਾਂ 'ਚੋਂ ਲਾਟ ਸਰੂਪ ਸਾਡਾ ਪਰਿਵਾਰ 1978 ਦੇ ਵਿੱਚ ਇੱਥੇ ਦੇ ਗਿਆ ਵੀ ਸਾਡੇ ਸੰਭਾਲ ਨਹੀਂ ਹੁੰਦੀ। ਉਹ ਕਿੱਥੇ ਸਰੂਪ ਗਏ ਜਿਹੜੇ ਵਿਚਾਰਿਆਂ ਨੇ, ਲੋਕਾਂ ਨੇ ਸਰਦਾ ਬਸ ਦਿੱਤੇ, ਫਿਰ ਇੱਥੇ ਸੰਭਾਲੇ ਰਹਿਣਗੇ। ਸਾਡੇ ਘਰਾਂ 'ਚ ਗੁਰਮਿਰਾਜ ਦਾ ਅਨੁਸਾਰ ਲੱਗੇ ਰਹੋਗੇ, ਸੱਚ ਸਾਹਮਣੇ ਲੈ ਕੇ ਰਹੋਗੇ, ਲੱਗੇ ਰਹੋਗੇ ਤੁਸੀਂ? ਲੱਗੇ ਰਹੇ ਜੀ। ਦੇਖੋ ਸੱਚ ਸਾਡੇ ਦਾ ਹੈ ਕਿ ਵੀ ਗੁਰੂ ਮਿਹਰ ਕਰੇ। ਸਾਡੀ ਕੌਮ ਦੀ ਸੇਵਾ 'ਚ ਇਹੀ ਹੈ ਵੀ ਜੇ ਆਪਾਂ ਨੂੰ ਕੋਈ ਸ਼ਬਦ ਦੀ ਇਬਾਦਤ 'ਚ ਰਹਿਣ ਵਾਲਾ, ਗੁਰੂ ਨੇ ਕੋਈ ਬੁੱਧੀ ਦਿੱਤੀ ਹੈ, ਬਲ ਦਿੱਤਾ ਗਾ ਸੱਚ ਕਹਿਣ ਦਾ, ਤੇ ਫਿਰ ਮੈਂ ਲੱਗਿਆਗਾ ਵੀ ਸੱਚ ਤਾਂ ਸਾਹਮਣੇ ਲਿਆਵਾਂਗੇ। ਕੌਮ ਆਪੇ ਕਦੇ ਅੱਜ ਨਹੀਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਵਾਬਦੇਹੀ ਤਾਂ ਕਰਨਗੀਆਂ ਨਾ ਵੀ ਤੁਸੀਂ ਕੌਣ ਸੀ ਯਾਰ, ਕਿੱਥੇ ਗਏ। ਤੁਹਾਡਾ ਨਾਮ ਉਸ ਸੂਚੀ 'ਚ ਆਏਗਾ ਜਿਨ੍ਹਾਂ ਨੇ ਮਸਲਾ ਚੁੱਕਿਆ। ਚਲੋ ਆਪਣੀ ਤਾਂ ਕੌਮ ਦੀ ਸੇਵਾ ਸੂਚੀ ਨਾਂ ਦੀ ਗੱਲ ਨਹੀਂ ਗੀ ਵੀ ਘੱਟੋ ਘੱਟ ਕੌਮ ਦਾ ਦਰਦ ਤਾਂ ਸਾਡੇ ਅੰਦਰ ਹੈਗਾ। ਜੇ ਸਾਡਾ ਮਤਲਬ ਸੀ ਉਹ ਜਿਹੜਾ ਸਾਡਾ ਨੁਕਸਾਨ ਹੋ ਗਿਆ, ਸਾਨੂੰ ਪੀੜ੍ਹੀ ਇਹ ਪੁੱਛੇ ਨਾ ਬਜ਼ੁਰਗਾਂ ਨੇ ਸਾਡਿਆਂ ਨੇ ਕੀ ਕੀਤਾ ਸੀ, ਤਾਂ ਮਤਲਬ ਤੁਹਾਡੇ ਵਰਗਿਆਂ ਦਾ ਨਾਮ ਆਏਗਾ ਵੀ ਚਲੋ ਹੰਬਲਾ ਤਾਂ ਮਾਰਿਆ ਸੀ। ਦੇਖੋ ਮਤਲਬ ਇੱਕ ਉਰਦੂ ਦਾ ਸ਼ੇਰ ਮੇਰੇ ਯਾਦ ਆਉਂਦਾ, ਨਾ ਇੱਧਰ ਉਧਰ ਕੀ ਬਾਤ ਕਰ, ਨਾ ਇੱਧਰ ਉਧਰ ਕੀ ਬਾਤ ਕਰ, मैं पूछता हूँ काफिला क्यों लुटा, मुझे राज जनों से गर्ज नहीं, तेरी राहबरी का सवाल है। जे दुश्मनों ने साढ़े श्री दरबार साहब ते हमला करता, और दुश्मन होता असीं की करांगे, उन्होंने जाता जो असीं इंसाफ आ सिख तलवार दे जोर ते लैंदे आए ने, ਉਹ ਇਨਸਾਫ ਕਰੇ ਲੈਣਗੇ। ਹੁਣ ਜਿਹੜਾ ਸਾਡੇ ਹੈਗੇ ਆ ਜਿਹੜੇ
ਭੇਡ ਦੀ ਖੱਲ ਪਾ ਕੇ ਭੇਡਗੇ ਛੁਪੇ ਹੋਏ ਨੇ, ਐਡੀਆਂ ਦਾੜੀਆਂ ਰੱਖ ਕੇ ਪੰਥਕ ਚਿਹਰੇ ਖਾ ਕੇ ਸਾਡੀ ਗੁਰੂ ਦੀ ਗੋਲਕ ਨੂੰ ਖਾ ਰਹੇ ਨੇ। ਜੇ ਸਾਡੇ ਨਾਲ ਉਹੀ ਠੱਗੀ ਮਾਰ ਜਾਣ, ਉਹ ਤਾਂ ਪਰ ਸਾਡਾ ਨੰਗਾ ਕਰਨ ਦਾ ਫਰਜ਼ ਆ ਜਾਂ ਇਹਨਾਂ ਦਾ ਖਤਰ। ਸਾਡੇ ਨਾਲ ਤਾਂ ਕੀ ਠੱਗੀ ਹੈ, ਗੁਰੂ ਨਾਲ ਧਰੋ ਹੈ। ਗੁਰੂ ਨਾਲ ਧਰੋ ਆ ਜੀ, ਗੁਰੂ ਨਾਲ ਧਰੋ। ਮੈਂ ਕਹਿੰਦਾ ਗੁਰੂ ਨਾਲ ਧੋਖਾ ਵੱਡਾ, ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ? ਸੋ ਮੇਰੇ ਤੱਕ ਨਿਮਾਣਾ ਜਿਹਾ ਯਤਨ ਆ ਕੌਮ ਨੂੰ ਜਾਗਰੂਕ ਕਰਨ ਦਾ। ਮੈਂ ਗਦਰੀ ਬਾਬਿਆਂ 'ਤੇ ਵੀ ਕੰਮ ਕੀਤਾ, ਗਦਰੀ ਬਾਬੇ ਨੂੰ ਕੀ ਬਣਾਇਆ ਜਾ ਰਿਹਾ ਸੀ, ਉੱਧਰੋਂ ਲਿਆ ਕੇ ਗਦਰੀ ਬਾਬੇ ਦੀ ਸਿੱਖੀ ਵਾਲੀ ਚਪੇਟ ਸੀ ਜਾਂ ਉਹਦਾ ਸਿੱਖੀ ਸਰੂਪ ਵਾਲਾ ਸੀ, ਉਹ ਵੀ ਲੈਂਦੀ ਕਾਮਾ ਗਾਟਾ ਮੁਰ 'ਤੇ ਕੀਤਾ, ਹੋਰ ਬੜਾ ਸੀਗੇ ਉਹ ਵੀ ਕੀਤਾ ਕੋਸ਼ਿਸ਼। ਜੋ ਵੀ ਹੈਗਾ ਨਿਮਾਣੇ ਦੀ ਗੁਰੂ ਨੇ ਬਖਸ਼ਿਸ਼ ਕੀਤੀ ਹੋਈ ਆ, ਉਹ ਮੈਂ ਕਰ ਰਿਹਾ ਹੈਗਾ ਯਤਨ। ਕੋਈ ਵੱਡੀ ਲਾਲਸਾ ਨਹੀਂ ਆਪਾਂ ਨੂੰ ਵੀ ਆਪਾਂ ਕੋਈ ਲੋਭ ਲਾਲਚ ਦੀ ਖਾਤਰ ਕਰਦੇ ਹਾਂ। ਆਪਾਂ ਨੂੰ ਇਹ ਵੀ ਕੌਮ ਦੀ ਜਿੰਨੀ ਕੁ ਸੇਵਾ ਹੋ ਜੇ ਉਨੀ ਕੁ ਗੁਰੂ ਪ੍ਰਵਾਨ ਕਰੂਗਾ, ਸੰਗਤ ਪ੍ਰਵਾਨ ਕਰੂਗੀ। ਮੇਰਾ ਇਹ ਯਤਨ ਹੈ ਜੀ, ਮੈਂ ਲੱਗਿਆ ਰਹੂੰਗਾ ਇਸ ਗੱਲ ਤੇ। ਸੋ ਬਿਲਕੁਲ ਦਰਸ਼ਕੋ, ਤੁਸੀਂ ਰਾਜਵਿੰਦਰ ਸਿੰਘ ਰਾਹੀ ਉਹਨਾਂ ਨੂੰ ਸੁਣਿਆ। ਕੋਈ ਨਿੱਜੀ ਸਵਾਰਥ ਨਹੀਂ, ਸਿਰਫ ਇੱਕ ਸਿੱਖ ਹੋਣ ਦੇ ਨਾਤੇ ਹਿਰਦੇ ਵਲੂੰਦਰਿਆ ਗਿਆ ਤੇ ਉਹ ਡਟੇ ਹੋਏ ਨੇ। ਕਾਫੀ ਖੁਲਾਸੇ ਉਹਨਾਂ ਨੇ ਤੁਹਾਡੇ ਕੋਲ ਸਕਰੋਲ ਪੰਜਾਬ ਤੇ ਕਰਤੇ ਨੇ, ਤੇ ਆਉਣ ਵਾਲੇ ਟਾਈਮ 'ਚ 200-250 ਪੇਜਾਂ ਦੇ ਦੀ ਕਿਤਾਬ ਉੱਭਰ ਕੇ ਸਾਹਮਣੇ ਆਏਗੀ, ਪੰਥ ਦੇ ਸਾਹਮਣੇ ਆਏਗੀ, ਤਾਂ ਹੋਰ ਅਜਿਹੇ ਚਿੱਟੇ ਚਿਹਰੇ ਜਾਂ ਕਾਲੇ ਭੇੜੀਏ ਨੰਗੇ ਹੋਣਗੇ ਜਿਹੜੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ ਦੇ ਸਿੱਧੇ ਜ਼ਿੰਮੇਦਾਰ ਨੇ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।